ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਜੀ। ਸ਼ੇਰਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ। ਆਪਣਾ ਸੁਣਾਓ ਜੀ, ਕਿਵੇਂ ਚੱਲ ਰਿਹਾ ਜੀ? ਬਹੁਤ ਵਧੀਆ ਜੀ, ਠੀਕ ਠਾਕ। ਹੁਣ ਤੇ ਮੌਸਮ ਵੀ ਠੀਕ ਹੋ ਗਿਆ, ਠੰਡਾ ਹੋ ਗਿਆ ਜੀ। ਹਾਂਜੀ, ਏਸੀ ਬੰਦ ਹੋ ਗਏ। ਹਾਂ, ਤਕਰੀਬਨ ਦੇਖੋ ਬੰਦ ਹੋਣੇ ਚਾਹੀਦੇ ਆ ਹੁਣ, ਕਿਉਂਕਿ ਮੌਸਮ ਦਾ ਤਿਉਹਾਰ ਜਿਹੜਾ ਆ ਰਿਹਾ, ਜਿਹੜਾ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਜੀ, ਉਹਦੇ ਹਿਸਾਬ ਨਾਲ ਤਾਂ ਥੋੜਾ ਜਿਹਾ ਲੇਟ ਹੀ ਚੱਲਦੀ ਪਈ। ਨਹੀਂ ਤਾਂ ਆਮ ਕਿਹਾ ਜਾਂਦਾ ਵੀ ਦੁਸਹਿਰੇ ਨੂੰ ਰਜਾਈ ਨਿਕਲ ਆਉਂਦੀ ਆ ਜੀ, ਤੇ ਦੁਸਹਿਰਾ ਆ ਚੱਲਿਆ 25 ਨੂੰ। ਚਲੋ, ਤੇ ਉਸ ਤੋਂ ਬਾਅਦ ਠੰਡਾ ਮੌਸਮ ਫਿਰ ਵਧੀਆ ਹੋ ਜਾਣਾ। ਦੁਸਹਿਰੇ ਨੂੰ ਨਾ ਨਿਕਲੂਗੀ, ਦੀਵਾਲੀ ਨੂੰ ਨਿਕਲ ਜਾਊਗੀ, ਪਰ ਮੌਸਮ 'ਚ ਬਦਲਾਅ ਜਿਹੜਾ ਪਰ ਜਿੱਦਾਂ ਜਿਸ ਹਿਸਾਬ ਨਾਲ ਇਹਨਾਂ ਨੇ ਪੁਤਲੇ ਫੂਕਣੇ, ਮੈਨੂੰ ਲੱਗਦਾ ਦੁਸਹਿਰੇ ਨੂੰ ਫੇਰ ਗਰਮੀ ਕਰ ਦੇਣੀ ਇਹਨਾਂ ਨੇ। ਜਿਹੜਾ ਐਲਾਨ ਇਹਨਾਂ ਨੇ ਕੀਤਾ ਹੋਇਆ ਵੀ ਦੇਖੋ ਦੁਸਹਿਰੇ ਤੇ ਆਪਾਂ ਪੁਤਲੇ ਫਲਾਣੇ ਦੇ ਫੂਕਣੇ ਆ ਤਾਂ ਫਲਾਣੇ ਦੇ ਫੂਕਣੇ ਆ, ਕੋਈ ਮਸਲਾ ਤਾਂ ਜੇ ਗੰਭੀਰ ਪਿਆ ਹੋਇਆ ਜੀ, ਤੇ ਉਹ ਤੋਂ ਲੱਗਦਾ ਵੀ ਇਹ ਜਿਹੜੀ ਗਰਮੀ ਆ ਉਸ ਪੁਤਲਿਆਂ ਦੇ ਸੜਨ ਦੀ ਫੇਰ ਗਰਮੈਸ਼ ਹੋ ਜਾਣੀ ਆ ਜੀ। ਪਰ ਸ਼ਰਮਾ ਜੀ, ਕਈ ਵਾਰੀ ਆਪਾਂ ਵਿਚਰਦੇ ਹੁੰਦੇ ਆ ਜਦੋਂ ਸਮਾਜ ਦੇ ਵਿੱਚ ਜਾਂ ਕਿਤੇ ਪੜ੍ਹਦੇ ਹੁੰਦੇ ਕੁਛ, ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਿ ਸਾਨੂੰ ਕਰਨੀਆਂ ਬਣਦੀਆਂ ਹੁੰਦੀਆਂ ਜੀ। ਮੈਂ ਇਹੀ ਕਹਿਣ ਲੱਗਾ ਸੀਗਾ ਕਿ ਪੁਤਲੇ ਫੂਕਣ ਤੋਂ ਪਹਿਲਾਂ ਕੋਈ ਚੰਗੀ ਗੱਲ ਸੁਣਾ ਪ੍ਰੋਗਰਾਮ ਸ਼ੁਰੂ ਕਰਨਾ ਸੀ। ਉਹੀ ਮੇਰੇ ਜ਼ਿਹਨ 'ਚ ਸੀ ਇੱਕ ਗੱਲ, ਵੀ ਮੈਂ ਉਹ ਪੜ੍ਹਦਾ ਸੀ ਕਿਤੇ, ਤੇ ਪੜ੍ਹਦੇ ਇੱਕ ਗੱਲ ਆਈ, ਕਈ ਵਾਰੀ ਆਪਾਂ ਪੁਲਿਸ ਦੀ ਨਾਕਾਮੀ ਦੇ ਵਿੱਚ ਉਹਨਾਂ ਦੀ ਆਲੋਚਨਾਵਾਂ ਬਹੁਤ ਕਰਦੇ ਆ, ਪਰ ਕਈ ਗੱਲਾਂ ਪੁਲਿਸ ਦੀਆਂ ਤਾਰੀਫ ਕਰਨ ਵਾਲੀਆਂ ਵੀ ਹੁੰਦੀਆਂ। ਬਿਲਕੁਲ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਹਾਲ ਦੇ ਦਿਨਾਂ ਥੋੜੇ ਦਿਨ ਪਹਿਲਾਂ ਹੀ ਆਦਮਪੁਰ ਦੇ ਨੇੜੇ ਪੈਂਦਾ ਕਾਲਰਾ, ਜਿੱਥੇ ਬੈਂਕ ਡਕੈਤੀ ਹੋਈ ਆ, 5.5-6 ਲੱਖ ਦੇ ਕ੍ਰੀਬ ਲੁੱਟ ਕੇ ਗਏ ਆ। ਮੇਰੇ ਖਿਆਲ ਜਿੱਥੇ ਸਿਕਿਉਰਿਟੀ ਗਾਰਡ ਨੂੰ ਗੋਲੀ ਵੀ ਮਾਰਤੀ ਸੀਗੀ। ਉਹਨਾਂ ਦਾ ਮਸਲਾ, ਉਹਨਾਂ ਦਾ ਜਿਹੜਾ ਇਹ ਉਲਝਾ ਹੋਇਆ ਸੀ ਜਿਹੜਾ ਕ੍ਰਾਈਮ ਦਾ, ਇਹ ਪੁਲਿਸ ਨੇ ਕਾਫੀ ਹੱਦ ਤੱਕ ਹੱਲ ਕਰ ਲਿਆ। ਬੰਦੇ ਫੜ ਲਏ ਆ, ਪੈਸੇ ਵੀ ਕੁਛ ਹੱਦ ਤੱਕ ਬਰਾਮਦ ਕਰ ਲਏ ਆ। ਇਹਦੇ ਨਾਲ ਹੀ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਵੀ ਆਪਾਂ ਫਿਲਮਾਂ 'ਚ ਦੇਖਦੇ ਹੁੰਦੇ ਆ ਜੀ, ਬਈ ਕ੍ਰਾਈਮ ਜਿੱਥੇ ਕਰਕੇ ਕ੍ਰਿਮੀਨਲ ਭੱਜ ਜਾਂਦਾ ਆ, ਉਹ ਜਿੱਥੇ ਪਹੁੰਚਦਾ ਆ ਉੱਥੇ ਪੁਲਿਸ ਪਹਿਲਾਂ ਹੀ ਪਹੁੰਚੀ ਹੋਈ ਹੁੰਦੀ ਹੈ ਜੀ। ਆਮ ਦੇਖਣ ਵਿੱਚ ਨਹੀਂ ਆਉਂਦਾ ਇੱਦਾਂ ਜੀ, ਆਮ ਦੇਖਣ 'ਚ ਪੁਲਿਸ ਬਹੁਤ ਲੇਟ ਆਉਂਦੀ ਆ, ਪਰ ਫਿਲਮਾਂ 'ਚ ਜ਼ਰੂਰ ਹੁੰਦਾ ਆ। ਪਰ ਫਿਲਮਾਂ ਦੇ ਇਸ ਜਿਹੜੇ ਹੈਗੇ ਆ ਦ੍ਰਿਸ਼ ਨੂੰ ਸਹੀ ਕਰਕੇ ਦਿਖਾ ਲਿਆ ਬੰਗਲੌਰ ਦੀ ਪੁਲਿਸ ਨੇ। ਅੱਛਾ ਜੀ। ਆਮ ਕਰਕੇ ਚਰਚਾ 'ਚ ਰਹੀ ਪੁਲਿਸ ਬੰਗਲੌਰ ਦੀ, ਪਹਿਲਾਂ ਵੀ ਰਹਿੰਦੀ ਰਹੀ, ਹੁਣ ਵੀ ਰਹੀ ਆ। ਥੋੜ੍ਹੇ ਦਿਨ ਦੀ ਗੱਲ ਹੀ ਆ ਵੀ ਇੱਕ ਪਰਿਵਾਰ ਦੇ ਵਿੱਚ ਇੱਕ ਨੌਕਰ ਸੀ ਕੰਮ ਕਰਦਾ ਜੀ, ਤੇ ਉੱਥੇ ਉਹਨਾਂ ਦਾ ਬਿਲਡਰ ਪਰਿਵਾਰ ਸੀ, ਰਿਚ ਫੈਮਿਲੀ ਸੀਗੀ, ਤੇ ਉਹ ਇੱਕ ਮਾੜੀ ਕਿਸਮਤ ਨੂੰ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਨੂੰ ਕਰੋਨਾ ਹੋ ਗਿਆ ਇਹਨਾਂ ਦਿਨਾਂ ਦੇ ਵਿੱਚ। ਹੁਣ ਜਦੋਂ ਬੰਦੇ ਆ ਪਰਿਵਾਰ 'ਚ ਕਰੋਨਾ ਹੋ ਜਾਵੇ ਤਾਂ ਸਾਰਾ ਪਰਿਵਾਰ ਦਾ ਧਿਆਨ ਤਾਂ ਫਿਰ ਉਹਦੇ ਮਰੀਜ਼ ਵੱਲ ਹੋ ਜਾਂਦਾ ਵੀ ਇਹਨੂੰ ਠੀਕ ਕਿਵੇਂ ਕਰਨਾ, ਕੋਈ ਨਾਮੁਰਾਦ ਬਿਮਾਰੀ ਆ। ਬਿਲਕੁਲ ਜੀ। ਉਹਨਾਂ ਦਾ ਸਾਰਾ ਧਿਆਨ ਹੋ ਗਿਆ ਜੀ ਉਸ ਮਰੀਜ਼ ਵੱਲ ਨੂੰ, ਹਸਪੀਟਲ ਜਾਣਾ ਆਉਣਾ, ਜੋ ਦੇਖਭਾਲ ਕਰਨਾ, ਸਾਰਾ ਕੰਮ ਕਰਦੇ। ਉਹਨਾਂ ਦਾ ਧਿਆਨ ਉੱਧਰ ਸੀਗਾ, ਘਰ ਵੱਲ ਧਿਆਨ ਹੈ ਨਹੀਂ ਸੀ, ਤਾਂ ਘਰ ਸੰਭਾਲਦਾ ਸੀ ਸਿਰਫ ਤੇ ਸਿਰਫ ਨੌਕਰ। ਅੱਛਾ ਜੀ। ਜੋ ਕਿ ਪੱਛਮੀ ਬੰਗਾਲ ਦਾ ਸੀਗਾ, ਇੱਥੇ ਰਹਿ ਰਿਹਾ ਸੀ, ਇਹਨਾਂ ਤੋਂ ਪੁਰਾਣਾ ਸੀਗਾ। ਉਹ ਹੁਣ ਬੇਈਮਾਨੀ ਤਾਂ ਕਈ ਵਾਰੀ ਬੰਦੇ ਦੇ ਮਨ 'ਚ ਆਈ ਜਾਂਦੀ ਆ, ਉਸ ਨੌਕਰ ਦੇ ਮਨ ਦੇ ਵਿੱਚ ਵੀ ਬੇਈਮਾਨੀ ਆ ਗਈ ਵੀ ਉਹਨਾਂ ਦੇ ਘਰ ਇੱਕ ਲੋਕਰ ਪਿਆ ਸੀਗਾ ਜਿਹਦੇ ਵਿੱਚ ਘੱਟੋ ਘੱਟ ਦੀ ਦੱਸਣ 'ਚ ਆਵੇ 1 ਕਰੋੜ 30 ਲੱਖ ਦੇ ਹੀਰੇ ਦੇ ਗਹਿਣੇ ਸੀਗੇ। ਅੱਛਾ ਜੀ। ਹੀਰਿਆਂ ਦੇ। ਉਹਨੇ ਇਹਦੀ ਵਿਉਂਤ ਬਣਾਈ ਪਈ, ਆਪਾਂ ਇਹ ਲੈ ਜਾਣਾ ਪਏ, ਜਿਹੜਾ ਕਰੋਨਾ ਦੀ ਆੜ 'ਚ ਪਰਿਵਾਰ 'ਤੇ ਮਾਰ ਪਈ ਆ, ਇਹਦਾ ਆਪਾਂ ਫਾਇਦਾ ਕਿੱਦਾਂ ਲੈਣਾ। ਅੱਛਾ ਜੀ। ਉਹਨੂੰ ਫਾਇਦਾ ਉਠਾਉਣ ਦਾ ਉਹਨੇ ਮਨ ਬਣਾ ਲਿਆ, ਤੇ ਉਹ ਜੀ ਚੱਕ ਕੇ ਤੇ ਉਹ ਭੱਜ ਗਿਆ। ਉਹਨੂੰ 1-2 ਦਿਨ ਲੱਗੇ ਹੋਣੇ ਕਿਤੇ ਸ਼ਹਿਰ 'ਚ ਭੱਜਦਾ ਪੁੱਜਣ ਨੂੰ, ਮੁੜ ਕੇ ਉਹਨੇ ਫਿਰ ਉੱਥੋਂ ਬੰਗਲੌਰ ਤੋਂ ਕਲਕੱਤੇ ਦੀ ਟ੍ਰੇਨ ਫੜ ਲਈ ਜੀ। ਤੇ ਜਦੋਂ ਇਹ ਮਾਮਲਾ ਉੱਦਣ ਹੀ ਪਹੁੰਚ ਗਿਆ ਪੁਲਿਸ ਵਾਲਿਆਂ ਕੋਲ, ਉਹਨਾਂ ਨੇ ਜਦੋਂ ਛਾਣਬੀਨ ਕੀਤੀ, ਨਿਗਾਹ ਤਾਂ ਉਹਨਾਂ ਦੀ ਹੁੰਦੀ ਆ ਕਈ ਵਾਰੀ ਪਹਿਲਾਂ ਤਾਂ ਘਰਦਿਆਂ ਦੇ ਉੱਤੇ ਹੀ ਪੁਲਿਸ ਵਾਲਿਆਂ ਦੀ ਹੁੰਦੀ ਆ ਸਾਰੀ ਸ਼ੱਕ ਦੀ ਨਿਗਾਹ ਪਏ, ਇਹ ਬੰਦੇ ਪਹਿਲਾਂ ਛਾਣਬੀਨ ਕਰ ਲਈ ਜਾਵੇ ਫਿਰ ਹੀ ਬਾਹਰ ਦੇਖਾਂਗੇ। ਬਿਲਕੁਲ। ਤੇ ਜਦੋਂ ਦੇਖਿਆ ਵੀ ਉੱਥੋਂ ਦਾ ਗਾਇਬ ਆ ਨੌਕਰ, ਤਾਂ ਫਿਰ ਉਹਨਾਂ ਦੇ ਸ਼ੱਕ ਤੇ ਸੂਈ ਤੇ ਪੱਕੀ ਹੋ ਗਈ ਬਈ ਬੰਦਾ ਇਹ ਹੀ ਆ ਚੋਰੀ ਕਰਨ ਵਾਲਾ। ਉਹਨਾਂ ਨੇ ਫਿਰ ਸਾਰੇ CCTV ਕੈਮਰੇ ਤਾਂ ਹੁਣ ਹਰੇਕ ਸ਼ਹਿਰ 'ਚ ਲੱਗੇ ਹੋਏ, ਬੈਂਗਲੌਰ ਵੈਸੇ ਵੀ IT ਸਿਟੀ ਆ ਤੇ ਉੱਥੇ ਤਾਂ ਹਾਈਟੈਕ ਕੰਮ ਚੱਲਦਾ ਆ। ਉਹਨਾਂ ਨੇ ਜਿਹੜਾ ਬੰਗਲੌਰ ਦੇ ਸਟੇਸ਼ਨ ਦੇ ਉੱਤੇ CCTV ਕੈਮਰੇ 'ਤੇ ਦੇਖ ਲਈ ਵੀ ਆਹ ਬੰਦਾ ਟ੍ਰੇਨ ਚੜ੍ਹ ਗਿਆ। ਤੁਸੀਂ ਦੇਖੋ ਫੁਰਤੀ ਉਹ ਫਿਲਮਾਂ ਵਾਲੀ, ਇੱਧਰੋਂ ਚੋਰ ਨੌਕਰ ਟ੍ਰੇਨ ਚੜ੍ਹਿਆ, ਉੱਧਰੋਂ ਉਹਨਾਂ ਨੇ ਹਵਾਈ ਜਹਾਜ਼ ਫੜ ਲਿਆ। ਅੱਛਾ ਜੀ। ਇਹ ਮੈਂ ਦੱਸਣਾ ਚਾਹੁੰਦਾ ਸੀ ਵੀ ਫਿਲਮਾਂ ਦਾ ਜਿਹੜਾ ਸਟਾਈਲ ਆ ਜਿਹੜਾ ਕੰਮ ਕਰਨ ਦਾ, ਉਹ ਕਾਫੀ ਹੱਦ ਤੱਕ ਬੰਗਲੌਰ ਦੀ ਪੁਲਿਸ ਕਰ ਰਹੀ ਆ। ਇਹਦੇ ਜਦੋਂ ਕਲਕੱਤਾ ਸਟੇਸ਼ਨ 'ਤੇ ਪਹੁੰਚਿਆ ਤੇ ਪਹੁੰਚਦਿਆਂ ਨੂੰ ਮੂਹਰੇ ਪੁਲਿਸ ਖੜੀ ਸੀ ਉੱਥੇ। ਅੱਛਾ, ਰਿਸੀਵ ਕਰ ਲਿਆ ਬੰਗਲੌਰ ਪੁਲਿਸ ਉਹਦੇ ਸਵਾਗਤ ਲਈ ਖੜੀ ਸੀ ਪਹਿਲੇ। ਵਧੀਆ ਗੱਲ, ਮਤਲਬ ਵੱਡੀ ਗੱਲ ਆ ਇਹ, ਬਹੁਤ ਚੰਗੀ ਗੱਲ। ਹਾਲਾਂਕਿ ਉੱਥੋਂ ਵੀ ਉਹਨੂੰ ਝਕਾਨੀ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਭੱਜਿਆ ਨਹੀਂ ਗਿਆ, ਫੜ ਲਿਆ ਉਹਨੂੰ ਜੀ। ਇਸ ਤੋਂ ਪਹਿਲਾਂ ਵੀ ਇੱਦਾਂ ਹੀ ਇੱਕ ਮਾਮਲਾ ਸੀਗਾ, ਉਦੋਂ ਵੀ ਇਹਨਾਂ ਨੇ ਉਦੋਂ ਕੋਈ ਬਿਹਾਰੀ ਸੀਗਾ ਜਿਹੜਾ ਬੰਗਲੌਰ ਤੋਂ ਭੱਜਿਆ ਸੀਗਾ, ਉਦੋਂ ਵੀ ਇਹਨਾਂ ਨੇ ਟਰੇਸ ਕਰਕੇ ਤੇ ਮੌਕੇ 'ਤੇ ਜਾ ਕੇ ਫੜ ਲਿਆ ਸੀਗਾ। ਸੋ ਕਹਿਣ ਦਾ ਮੈਂ ਇਹ ਸੀਗਾ ਭਾਵ ਵੀ ਪੁਲਿਸ ਦੀਆਂ ਜੇ ਆਪਾਂ ਨਾਕਾਮੀਆਂ ਵੀ ਸ਼ੋਅ ਕਰਦੇ ਰਹਿੰਦੇ ਹਾਂ ਹਰੇਕ ਪ੍ਰੋਗਰਾਮ 'ਚ ਜਾਂ ਕਿਤੇ ਮੀਡੀਆ 'ਚ ਆਉਂਦੀਆਂ ਰਹਿੰਦੀਆਂ ਵੀ ਪੁਲਿਸ ਕਰਦੀ ਕੁਛ ਨਹੀਂ, ਇਹੋ ਜਿਹੀਆਂ ਜਿਹੜੀਆਂ ਚੰਗੀਆਂ ਗੱਲਾਂ ਹੁੰਦੀਆਂ ਪੁਲਿਸ ਦੀਆਂ ਜੀ, ਇਹਨਾਂ ਦਾ ਵੀ ਜ਼ਿਕਰ ਕਰਨਾ ਔਰ ਇਹਨਾਂ ਦੀ ਤਾਰੀਫ ਕਰਨਾ ਵੀ ਬਣਦਾ ਹੁੰਦਾ, ਤਾਂ ਕਿ ਹੋਰਨਾਂ ਸੂਬਿਆਂ ਦੀ ਪੁਲਿਸ ਔਰ ਜਿਹੜੀ ਹੋਰ ਪੁਲਿਸ ਆ ਕਿਤੇ ਵੀ ਹੋਵੇ ਲਾ ਲਓ, ਪਰ ਜੇ ਉਹ ਸਹੀ ਤਰੀਕੇ ਨਾਲ ਕ੍ਰਿਮੀਨਲ ਨੂੰ ਫੜਨਾ ਹੋਵੇ ਤਾਂ ਪੁਲਿਸ ਲਈ ਇੱਕ ਖੱਬੇ ਹੱਥ ਦੀ ਖੇਡ ਹੁੰਦੀ ਹੈ। ਬਿਲਕੁਲ ਬਿਲਕੁਲ, ਬੜੇ ਟ੍ਰੇਨਡ ਅਫਸਰ ਨੇ, ਪੂਰਾ ਇਹਨਾਂ ਨੂੰ ਪਤਾ ਹੁੰਦਾ। ਮੈਂ ਇੱਕ ਹੋਰ ਗੱਲ
ਇਹਦੇ ਨਾਲ ਇੱਕ ਹੋਰ ਜੋੜਨਾ ਚਾਹੁੰਦਾ ਸੀ ਮੈਂ, ਥੋੜਾ 1 ਮਿੰਟ ਲਊਂਗਾ ਹੋਰ ਤੁਹਾਡਾ, ਬਾਅਦ 'ਚ ਆਪਾਂ ਚੱਲਦੇ ਹਾਂ ਵਿਚਾਰ ਚਰਚਾ ਵੱਲ ਨੂੰ। ਪਿਛਲੇ ਹਫਤੇ ਦੀ ਗੱਲ ਆ, ਮੇਰੇ ਸਾਹਮਣੇ ਹੀ ਬੰਦਾ ਇੱਕ ਸਕੂਟਰ ਤੇ ਜਾਂਦੀ ਜਨਾਨੀ ਦਾ ਲਾ ਕੇ ਲੈ ਗਿਆ ਜੀ ਵਾਲੀ। ਅੱਛਾ ਜੀ। ਮੈਂ ਗੱਡੀ 'ਚ ਤੇ ਉਹ ਬੰਦਾ 1 ਸੈਕਿੰਡ ਦਾ ਫਰਕ ਹੋਣਾ ਜੀ, ਸਾਰਾ ਫਰਕ। ਤੇ ਉਹਨੂੰ ਜਨਾਨੀ ਨੂੰ ਵੀ ਨਹੀਂ ਪਤਾ ਲੱਗਣ ਦਿੱਤਾ, ਤੇ ਉਹਦਾ ਚਲਾ ਰਿਹਾ ਬੰਦਾ ਜਿਹੜਾ ਉਹਨੂੰ ਵੀ ਨਹੀਂ ਪਤਾ ਲੱਗਣ ਦਿੱਤਾ, ਸਕੂਟਰ ਵੀ ਨਹੀਂ ਹਿੱਲਿਆ। ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦੀ ਇੰਨੀ ਫੁਰਤੀ ਸੀ ਵੀ ਉਹਨੇ 1 ਸੈਕਿੰਡ ਦੇ ਵਿੱਚ ਹੀ ਉਹ ਹੱਥ ਮਾਰਿਆ, ਬਾਲੀ ਹੱਥ 'ਚ ਆਈ। ਮੈਨੂੰ ਲੱਗਾ ਵੀ ਸ਼ਾਇਦ ਇਹਦੇ ਵਾਕਫ ਹੋਣਗੇ ਜਿਹੜਾ ਇਹਨੇ ਹੱਥ ਮਾਰਿਆ ਬੰਦਾ ਬੁਲਾਉਣ ਦੇ ਖਾਤਰ। ਤੇ ਜਦ ਥੋੜ੍ਹਾ ਜਿਹਾ ਨਾਲ ਕੀਤੀ ਗੱਡੀ ਤਾਂ ਉਹਦੇ ਹੱਥ 'ਚ ਮੈਨੂੰ ਵਾਲੀ ਦਿਸ ਪਈ। ਅੱਛਾ ਜੀ। ਠੀਕ ਆ, ਮੇਰੇ ਵਾਲੀ ਹੁਣ ਉਹ ਵੀਡੀਓ ਵੀ ਕਿਤੇ ਨਾ ਕਿਤੇ ਨਸ਼ਰ ਹੋਊਗੀ, ਕੱਲ ਆਊਗੀ ਸਾਹਮਣੇ, ਹੋ ਸਕਦਾ ਦੇਖੇ। ਪਰ ਕੋਈ ਗੱਲ ਨਹੀਂ, ਇਹੋ ਜਿਹੇ ਬੰਦਿਆਂ ਨੂੰ ਕ੍ਰਿਮੀਨਲ ਨੂੰ ਚਾਹੀਦਾ ਵੀ ਆ। ਪਰ ਉਹ ਉਸ 'ਤੇ ਜਾ ਕੇ ਜਦੋਂ ਮੋਟਰਸਾਈਕਲ ਤੇ ਗੱਡੀ ਦਾ ਤਾਂ ਕੋਈ ਮੇਲ ਹੈ ਨਹੀਂ ਨਾ, ਉਹ ਤਾਂ ਫਿਰ ਕੱਟ ਮਾਰ ਕੇ ਜਿੱਥੋਂ ਮਰਜ਼ੀ ਨਿਕਲ ਸਕਦਾ ਹੈ। ਪੁਲਿਸ ਦੀ ਗੱਲ ਦੱਸਣ ਲੱਗਾ ਇੱਥੋਂ ਅਗਲੀ ਗੱਲ ਜਿਹੜੀ, ਉਹ ਜਾ ਕੇ ਸਾਹਮਣੇ ਪੁਲਿਸ ਦੀ ਇੱਕ ਚੌਂਕੀ ਸੀਗੀ ਲੱਗੀ। ਮੈਂ ਗੱਡੀ ਰੋਕ ਕੇ ਉਹਨੂੰ ਕਿਹਾ ਵੀ ਇੱਦਾਂ ਗੱਲ ਹੋਈ ਆ, ਫਿਰ ਬਾਲੀ ਖੋਹ ਕੇ 2 ਮੁੰਡੇ ਆਏ ਭੱਜ ਗਏ ਆ, ਤੇ ਉਹ ਜਾ ਰਹੇ ਆ ਉੱਪਰ ਹਾਈਵੇ ਤੇ ਚੜ੍ਹ ਗਏ ਆ। ਪਹਿਲਾਂ ਤਾਂ ਉਹ ਵੀ ਪੁਲਿਸ ਵਾਲਾ ਥੋੜ੍ਹਾ ਜਿਹਾ ਫੁਰਤੀ 'ਚ ਆਇਆ ਜੀ, ਪੰਜਾਬ ਪੁਲਿਸ ਦੀ ਗੱਲ ਕਰਦਾ ਮੈਂ, ਵੀ ਪਹਿਲਾਂ ਫੁਰਤੀ 'ਚ ਆਇਆ, ਫਟਾਫਟ ਆਪਣੇ ਉਹ ਕੈਬਿਨ ਵੱਲ ਨੂੰ ਗਿਆ। ਮੈਂ ਹੁਣੇ ਕਰਦਾ ਜੀ ਵਾਇਰਲੈਸ ਨੂੰ, ਪਤਾ ਨਹੀਂ ਉਹਦੇ ਮਨ 'ਚ ਕੀ ਆਇਆ, ਦਰਵਾਜ਼ੇ ਤੋਂ ਮੁੜਿਆ। ਅੱਛਾ ਜੀ। ਮੈਨੂੰ ਆ ਕੇ ਕਹਿੰਦਾ ਭਾਜੀ ਤੁਸੀਂ 100 ਨੰਬਰ 'ਤੇ ਫੋਨ ਕਰ ਦਿਓ। ਮੈਂ ਮਾਰਿਆ ਮੱਥੇ ਨੂੰ ਹੱਥ, ਮੈਂ ਕਿਹਾ ਭਰਾ ਜੇ 100 ਨੰਬਰ 'ਤੇ ਫੋਨ ਕਰਨਾ ਤਾਂ ਚੱਕਣ ਵਾਲਾ ਮੁੜੇ ਤੂੰ ਹੀ ਹੋਣਾ। ਬਿਲਕੁਲ ਤੇਰੇ ਵਰਗਾ ਹੀ ਹੋਊਗਾ ਭਰਾ, ਵੀ ਜੇ ਤੂੰ ਇੱਥੋਂ ਸਿੱਧਾ ਵਾਇਰਲੈਸ ਕਰ ਲਵੇਂ ਤਾਂ ਫਿਰ ਉਹ ਕ੍ਰਾਈਮ ਫੜਿਆ ਨਾ ਜਾਊ ਜੀ। ਪਰ ਨਹੀਂ, ਉਹਨੇ ਜੀ ਗੱਲ ਮੇਰੇ ਤੇ ਸਿੱਟਤੀ ਵੀ 100 ਨੰਬਰ ਕਰੋ। ਮੈਂ ਕਿਹਾ ਹੁਣ ਭਰਾ ਮੇਰਾ ਵੀ ਹੁਣ ਟਾਈਮ ਹੈ ਨਹੀਂ, ਭੱਜ ਉੱਧਰ ਵੀ ਉਹ ਦੂਰ ਗਏ ਆ, ਤੇ ਇਰਾਦਾ ਨਹੀਂ ਇਹਨਾਂ ਦਾ ਫੜਨ ਦਾ। ਜੇ ਇਹਨਾਂ ਦਾ ਮਨ 'ਚ ਇਰਾਦਾ ਹੋਵੇ ਤੇ ਵੱਡੇ ਤੋਂ ਵੱਡਾ ਮਸਲਾ ਜਿਹੜਾ ਕ੍ਰਾਈਮ ਆ ਸੋਲਵ ਕਰ ਦਿੰਦੇ ਆ ਪੁਲਿਸ ਵਾਲੇ ਜੀ। ਇਹਨੂੰ ਥੋੜ੍ਹਾ ਜਿਹਾ ਸਖਤੀ ਨਾਲ ਔਰ ਪੂਰੀ ਫੁਰਤੀ ਨਾਲ ਕੰਮ ਕਰਿਆ ਜਾਵੇ ਨਾ, ਤੇ ਮੇਰੇ ਖਿਆਲ ਹੈ ਕ੍ਰਾਈਮ ਕਾਫੀ ਹੱਦ ਤੱਕ ਘੱਟ ਹੋ ਸਕਦਾ ਜੀ। ਤੁਹਾਡੀ ਗੱਲ ਬਿਲਕੁਲ ਦਰੁਸਤ ਆ ਕਿ ਕਈ ਵਾਰ ਜੇ ਅਸੀਂ ਇੱਛਾ ਹੋਵੇ, ਸਾਡੀ ਇੱਛਾ ਸ਼ਕਤੀ ਹੋਵੇ ਕੰਮ ਕਰਨ ਦੀ, ਤੇ ਅਸੀਂ ਉਸ ਚੀਜ਼ ਨੂੰ ਨੇਪਰੇ ਚਾੜ ਸਕਦੇ ਹਾਂ। ਪਰ ਅਸੀਂ ਕਈ ਵਾਰ, ਤੁਸੀਂ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਅਸੀਂ ਪੁਲਿਸ ਦੀਆਂ ਨਾਕਾਮੀਆਂ ਨੂੰ ਅਕਸਰ ਦਿਖਾਉਂਦੇ ਹਾਂ, ਤੇ ਉਹ ਪੰਜਾਬੀ ਦਾ ਖਾਣ ਆ ਕਿ ਜੀਭ ਅਕਸਰ ਟੁੱਟੇ ਦੰਦ ਥੱਲੇ ਜਾਂਦੀ ਆ। ਜਿਹੜੀ ਚੀਜ਼ ਸਾਡੇ ਕੋਲ ਨਹੀਂ ਹਾਸਲ ਹੁੰਦੀ ਉਹਦੀਆਂ ਅਸੀਂ ਗੱਲਾਂ ਕਰਦੇ ਹਾਂ, ਪਰ ਬਹੁਤ ਸਾਰੇ ਚੰਗੇ ਕੰਮ ਵੀ ਸਾਡੀ ਪੁਲਿਸ ਕਈ ਵਾਰੀ ਤਾਂ ਪੁਲਿਸ ਦਾ ਤਾਂ ਮਸਲਾ ਇਹੋ ਜਿਹਾ ਉਲਝ ਜਾਂਦਾ ਵੀ ਨਹੀਂ, ਤੇਰੇ ਇਲਾਕੇ 'ਚ ਪੈਂਦਾ ਜੀ FIR ਉੱਥੇ ਹੋਣੀ ਹੈ, ਤੇਰੇ ਇਲਾਕੇ 'ਚ ਪੈਂਦਾ FIR ਉੱਥੇ ਹੁੰਦੀ ਆ। ਉਹ ਜਦ ਤੱਕ ਤਾਂ ਬੰਦਾ ਜਿਹੜਾ ਕੰਮ ਕਰਕੇ ਆਪਣਾ ਲੱਭੇ, ਜਿੱਦਾਂ ਇਹ ਬੰਗਲੌਰ ਵਾਲਿਆਂ ਨੇ ਕੀਤਾ, ਜੇ ਇੱਥੇ ਵੀ ਇਲਾਕਿਆਂ ਦੀ ਗੱਲ ਆ ਜਾਂਦੀ ਤਾਂ ਫੇਰ ਥੋੜ੍ਹੀ ਫੜ ਹੋਣਾ ਸੀ ਇਹਨਾਂ ਨੇ। ਮੈਂ ਉਹਦੇ 'ਚ ਇੱਕ ਹੋਰ ਗੱਲ ਕਰਦਾ ਸੀ ਸ਼ੇਰਗਿੱਲ ਸਾਹਿਬ, ਵਿਸ਼ਾ ਇਹ ਵੀ ਆ ਕਿ ਪੁਲਿਸ ਨੂੰ ਅਸੀਂ ਉਹਦੀਆਂ ਕਮੀਆਂ ਤੇ ਕੱਢਦੇ ਹਾਂ, ਪਰ ਉਹਨਾਂ ਨੂੰ ਜਿਹੜੀਆਂ ਮਿਲਣ ਵਾਲੀਆਂ ਸਹੂਲਤਾਂ ਆ, ਜਾਂ ਉਹਨਾਂ ਨੂੰ ਜਿਹੜੇ ਉਹ ਜਿਸ ਹਾਲਾਤ 'ਚ ਜਿੱਦਾਂ ਦੇ ਮਸੌਦੇ 'ਚੋਂ ਕੰਮ ਕਰਦੇ ਆ, ਉਹ ਵੀ ਦੇਖਣ ਵਾਲੀ ਗੱਲ ਹੈ। ਬਿਲਕੁਲ ਜੀ, ਉਹਨਾਂ ਦਾ ਬਹੁਤ ਮੁਸ਼ਕਲ ਹਾਲਾਤ, ਛੁੱਟੀਆਂ ਮਿਲਦੀਆਂ ਨੇ, ਬਹੁਤ ਲੰਬੀ ਡਿਊਟੀ ਆਵਰਸ ਨੇ, ਤੇ ਮੁਲਾਜ਼ਮਾਂ ਦੀ ਗਿਣਤੀ ਵੀ ਜੇ ਆਬਾਦੀ ਦੀ ਗੱਲ ਕਰੀਏ ਤੇ ਬਹੁਤ ਘੱਟ ਆ। ਫਿਰ ਵੀ ਉਹ ਜਿੰਨਾ ਚੰਗਾ ਕੰਮ ਕਰਦੇ ਆ, ਉਹ ਬਹੁਤ, ਕਿਤੇ ਹਿੰਸਾ ਫੈਲ ਜਾਏ ਜੀ, ਕਿਤੇ ਦੰਗੇ ਹੋ ਜਾਣ, ਕਿਤੇ ਹੜ੍ਹ ਆ ਜਾਏ, ਕਿਤੇ ਕੋਈ ਬਿਲਡਿੰਗ ਡਿੱਗ ਜਾਏ, ਕੋਈ ਅੱਗ ਲੱਗ ਜਾਏ, ਸਭ ਤੋਂ ਪਹਿਲਾਂ ਪੁਲਿਸ ਹੀ ਹੁੰਦੀ ਹੈ ਜਿਹੜੀ ਪਹੁੰਚਦੀ ਹੈ। ਪਰ ਹੁਣ ਮੈਂ ਨਾਲ ਲੱਗਦੀ ਹੋਰ ਵੀ ਦੱਸ ਦਵਾਂ। ਬਿਲਕੁਲ ਆਪਾਂ ਹੁਣੇ ਗੱਲ ਕਰਦੇ ਆਏ ਹਾਂ ਵੀ ਹੁਣ ਤਾਂ ਜਿਹੜੇ ਮੰਡੀਆਂ ਦੇ ਵਿੱਚ ਬਾਹਰੋਂ ਝੋਨਾ ਆ ਰਿਹਾ ਨਾ ਵੇਚਣ ਲਈ, ਉਹ ਵੀ ਮੰਡੀ ਬੋਰਡ ਵਾਲਿਆਂ ਨੇ ਕੰਮ ਪੁਲਿਸ ਤੇ ਸਿੱਟਤਾ, ਭਾਈ ਤੁਸੀਂ ਫੜੋ। ਹੁਣ ਪੁਲਿਸ ਵਾਲਿਆਂ ਨੂੰ ਸਮਝ ਨਹੀਂ ਆਉਂਦੀ ਵੀ ਇਹਨਾਂ ਤੇ ਕੇਸ ਕਿਹੜਾ ਦਰਜ ਕੀਤਾ ਜਾਵੇ, ਕਿਉਂਕਿ ਉਹਦੇ ਵਿੱਚ ਧਾਰਾ ਕੋਈ ਹੈ ਨਹੀਂ, ਉਹ 420 ਦਾ ਲਾ ਕੇ ਕਰੀ ਜਾਂਦੇ ਪਏ। ਜਿਹੜੀ ਮੋਦੀ ਸਾਹਿਬ ਨੇ ਇੱਕ ਦੇਸ਼ ਇੱਕ ਮੰਡੀ ਬਣਾਈ ਆ, ਉਹ ਮੰਡੀ ਦਾ ਫਾਇਦਾ ਜੇ ਉਹ ਵਪਾਰੀ ਲੈ ਰਹੇ ਆ, ਛਾਤਰ ਵਪਾਰੀ ਜਿਹਨੂੰ ਕਹਿ ਦਈਏ, ਵੀ ਉਹ ਆਪਣਾ ਲਾਹਾ ਲੈਣ ਡਏ ਆ। ਵੀ ਉਧਰੋਂ 700 ਰੁਪਏ 'ਚ ਖਰੀਦਿਆ ਝੋਨਾ, 1100 'ਚ ਖਰੀਦਿਆ, ਲਿਆ ਕੇ ਤੇ 1800 'ਚ ਵੇਚੋ 1 ਕੁਇੰਟਲ, ਮਗਰ 700 ਰੁਪਈਆ ਉਹ ਕਮਾਈ ਕਰਨ ਤੇ ਸ਼ੈਲਰਾਂ 'ਚ ਉਹਨਾਂ ਨੇ ਲਾ ਦੇਣੇ ਸਟੋਰ ਇੱਥੇ ਕਰਦੇ ਨੇ। ਤੇ ਬਿਪਤਾ ਉਹ ਵੀ ਪੰਜਾਬ ਪੁਲਿਸ ਦੀ ਜਾਨ ਨੂੰ ਆ ਕਿ ਹੁਣ ਉਹਨਾਂ ਨੂੰ ਵੀ ਫੜਨਾ, ਉਹਨਾਂ ਨੂੰ ਡਿਊਟੀ ਉਹਨਾਂ ਦੀ ਲਾਈ ਆ ਵੀ ਨਾਕਿਆਂ 'ਤੇ ਤੁਸੀਂ ਖੜੋ ਜੀ। ਉੱਥੋਂ ਟਰੱਕ ਇੱਧਰੋਂ ਆਉਂਦੇ ਆ, ਉਹ ਟਰੱਕ ਇੱਧਰੋਂ ਆਉਂਦੇ, ਇੱਕ ਨਾਕਾ ਥੋੜ੍ਹੀ ਉੱਥੇ ਜਿਹੜੇ ਸਰਹੱਦਾਂ ਲੱਗੀਆਂ ਹਰਿਆਣੇ ਦੇ ਨਾਲ, ਯੂਪੀ ਨਾਲ। ਸ਼ੇਰਗਿੱਲ ਸਾਹਿਬ ਅਸੀਂ ਗੱਲਾਂ ਜ਼ਿਆਦਾ ਲੰਬੀਆਂ ਕਰਤੀਆਂ, ਮੈਨੂੰ ਲੱਗਦਾ ਕਰਨੀਆਂ ਬਣਦੀਆਂ ਸੀਗੀਆਂ ਜੀ, ਮੇਰੇ ਜਹਿਨ 'ਚ ਸੀ। ਤੇ ਚੰਗੀ ਗੱਲ ਹੈ ਜੀ, ਕੁਛ ਨਾ ਕੁਛ ਆਪਾਂ ਇਹੋ ਜਿਹਾ ਕੁਛ ਜਿਹੜੀ ਤਾਰੀਫ ਵਾਲੀ ਗੱਲ ਚਾਹੀਦੀ ਵੀ ਬਣਦੀ। ਬਿਲਕੁਲ। ਤੇ ਅਸੀਂ ਹੁਣ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਚਰਚਾ ਆ ਉਹ ਕਿਸਾਨਾਂ ਦੇ ਸੰਘਰਸ਼ ਤੋਂ ਪੰਜਾਬ ਦਾ ਸੰਘਰਸ਼ ਬਣਿਆ ਜੀ, ਤੇ ਕੈਪਟਨ ਸਾਹਿਬ ਨੇ ਕੱਲ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਸੀ ਜੀ, ਉੱਤੇ ਲੈ ਆਈਏ ਹੁਣ ਆਪਾਂ ਗੱਲ ਉੱਥੋਂ ਸ਼ੁਰੂ ਕਰੀਏ। ਬਿਲਕੁਲ ਜੀ, ਮੈਂ ਇਹਦੇ ਵਿੱਚ ਹੁਣੇ ਜਾਣਕਾਰੀ ਮਿਲੀ ਸੀ ਵੀ ਉਹਨਾਂ ਨੇ ਜਿਹੜਾ ਕੱਲ ਨਹੀਂ ਪੇਸ਼ ਕੀਤਾ, ਪਤਾ ਨਹੀਂ ਕਿਸ ਕਾਰਨ ਰਹਿ ਗਿਆ। ਕਾਫੀ ਹੋ ਹੱਲਾ ਮਚਿਆ ਉੱਥੇ, ਰੌਲਾ ਰੱਪਾ ਹੰਗਾਮਾ ਕਾਫੀ ਹੋਇਆ। ਵਿਰੋਧੀ ਧਿਰਾਂ ਨੇ ਸਾਨੂੰ ਬਿੱਲ ਨਹੀਂ ਦਿੱਤਾ ਜੀ, ਬਿੱਲ ਦੀਆਂ ਕਾਪੀਆਂ ਨਹੀਂ ਫੜਾਈਆਂ, ਖਰੜਾ ਕੀ ਆ, ਇਸ ਮੁੱਦੇ 'ਤੇ ਕਾਫੀ ਰੌਲਾ ਪਿਆ। ਵੱਖ-ਵੱਖ ਤਰੀਕਿਆਂ ਨਾਲ ਆਪੋ ਆਪਣੇ ਤਰੀਕਿਆਂ ਨਾਲ ਉਹਨਾਂ ਨੇ ਆਪਣਾ ਰੋਸ ਵੀ ਪ੍ਰਗਟਾਇਆ। ਪਰ ਉਹ ਮੈਂ ਤੁਹਾਨੂੰ ਦੱਸਦਾ ਵੀ ਹੁਣੇ ਸੀਗੀ ਖਬਰ ਆਈ ਕਾਹੀ ਪੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜੇ ਕੇਂਦਰ ਦੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਿੱਲ ਪੇਸ਼ ਕਰਤਾ ਜੀ। ਉਹ ਕੱਲ ਦਾ 2 ਦਿਨ ਦਾ ਇਜਲਾਸ, ਪਹਿਲਾਂ 1 ਦਿਨ ਦਾ ਸੀਗਾ, ਫਿਰ ਵਧਾ ਕੇ 2 ਦਿਨ ਕਰਤਾ। ਤੇ ਇਸ ਰੌਲੇ ਰੱਪੇ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਵਾਬ ਦਿੱਤਾ ਵਿਰੋਧੀ ਧਿਰਾਂ ਨੂੰ ਵੀ ਜਦੋਂ ਵਿਸ਼ੇਸ਼ ਇਜਲਾਸ ਬੁਲਾਇਆ ਜਾਂਦਾ ਤੇ ਉਹਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿੱਲਾਂ ਦੇ ਖਰੜੇ ਨਹੀਂ ਦਿੱਤੇ ਜਾਂਦੇ। ਅੱਛਾ ਜੀ, ਉਹਨਾਂ ਦੀਆਂ ਕਾਪੀਆਂ ਨਹੀਂ ਦਿੱਤੀਆਂ ਜਾਂਦੀਆਂ। ਨਾਲ ਉਹਨਾਂ ਨੇ ਇਹ ਵੀ ਕਿਹਾ
ਵੀ ਮੈਂ ਆਪ ਖੁਦ ਹਜੇ ਬੀਤੀ ਰਾਤ ਉਹ 'ਤੇ ਦਸਤਖਤ ਕੀਤੇ ਆ ਜੀ। ਤੋ ਕਹਿਣ ਤੋਂ ਭਾਵ ਹੈ ਵੀ ਜੇ ਇੰਨੇ ਦਿਨ ਦਾ ਰੌਲਾ ਪੈਂਦਾ ਸੀ ਵਿਧਾਨ ਸਭਾ ਕਰਦੇ ਸੀ ਤੇ ਤਿਆਰੀ ਇਹਨਾਂ ਨੇ ਇੱਕ ਰਾਤ ਪਹਿਲਾਂ ਕੀਤੀ ਆ ਜੀ, ਜਦ ਕਿ ਚਾਹੀਦੀ 4-5 ਦਿਨ ਪਹਿਲਾਂ ਕਰਨੀ ਚਾਹੀਦੀ ਸੀ। ਕੱਲ੍ਹ ਇਹ ਵੀ ਰੌਲਾ ਪਿਆ ਸੀ ਵੀ ਇਹ ਕਹਿੰਦੇ ਜੀ ਅਸੀਂ ਵਕੀਲਾਂ ਤੋਂ ਹਜੇ ਰਾਏ ਲੈਣੀ ਆ ਜੀ। ਕੈਪਟਨ ਸਾਹਿਬ ਨੇ ਤਾਂ ਬਿੱਲ ਪੜ੍ਹ ਲਿਆ ਹੋਣਾ, ਪੜ੍ਹੇ ਲਿਖੇ ਬੰਦੇ ਦਾ, ਮਤਲਬ ਬਾਕੀ ਐਮਐਲਏਜ਼ ਨੇ ਹਾਲੇ ਤੱਕ ਨਹੀਂ ਪੜ੍ਹਿਆ? ਨਹੀਂ, ਹਜੇ ਕਿਸੇ ਨੂੰ ਨਹੀਂ ਦਿੱਤਾ। ਹੁਣ ਜਦੋਂ ਪੇਸ਼ ਕੀਤਾ ਤਾਂ ਹੁਣ ਸ਼ਾਇਦ ਉਹਦੀਆਂ ਕਾਪੀਆਂ ਵੰਡੀਆਂ ਜਾਣਗੀਆਂ ਤੇ ਫੇਰ ਪੜ੍ਹਨਗੇ। ਸ਼ੇਰਗਿੱਲ ਸਾਹਿਬ, ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ, ਪਰ ਟਾਈਮ ਜਿਹੜਾ ਬ੍ਰੇਕ ਦਾ ਹੋ ਗਿਆ। ਅੱਜ ਅਸੀਂ ਗੱਲਾਂ ਹੋਰ ਬਹੁਤ ਕਰਦੇ ਰਹੇ। ਬਿਲਕੁਲ ਜੀ, ਮਿਲਦੇ ਹਾਂ ਜੀ ਥੋੜੀ ਦੇਰ ਬਾਅਦ ਇਸੇ ਪ੍ਰੋਗਰਾਮ ਵਿੱਚ। ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ 'ਚ। ਤੇ ਅਸੀਂ ਗੱਲ ਕੀਤੀ ਸੀ ਕਿਸਾਨ ਸੰਘਰਸ਼ ਦੇ ਮੁੱਦੇ ਤੇ, ਜਿਹੜਾ ਪੰਜਾਬ ਦੇ ਸੰਘਰਸ਼ ਦੇ ਮੁੱਦੇ ਤੇ ਅਸੀਂ ਕੈਪਟਨ ਸਾਹਿਬ ਨੇ ਜਿਹੜਾ ਦੁਬਾਰਾ ਵਿਸ਼ੇਸ਼ ਦੁਬਾਰਾ ਨਹੀਂ, ਜਿਹੜਾ ਵਿਸ਼ੇਸ਼ ਇਜਲਾਸ ਸੱਦਿਆ ਵਿਧਾਨ ਸਭਾ ਦਾ, ਉਹ ਪਹਿਲਾਂ ਲੱਗਦਾ ਸੀ ਕਿ ਇੱਕ ਦਿਨ ਦਾ ਹੀ ਹੋਣਾ, ਕਿਉਂਕਿ ਇਹਨਾਂ ਨੂੰ ਸਾਨੂੰ ਇੱਦਾਂ ਸੀਗਾ ਜਾਂ ਬਾਕੀਆਂ ਨੂੰ ਵੀ ਲੱਗਦਾ ਸੀ ਕਿ ਇੱਕ ਬਿੱਲ ਪੇਸ਼ ਕਰਨਾ ਹੈ, ਪਰ ਉਹਨੂੰ 2 ਦਿਨ ਦਾ ਰੱਖਿਆ ਗਿਆ। ਤੇ ਉਹਦਾ ਜਿਹੜਾ ਪਹਿਲਾ ਦਿਨ ਸੀ ਉਹਦੇ 'ਚ ਕੀ ਹੋਇਆ? ਦੇਖੋ ਜੀ, ਇੱਕ ਤਾਂ ਇਹਨਾਂ ਦੇ ਜਿਹੜੇ ਕੈਪਟਨ ਸਾਹਿਬ ਵਾਅਦੇ ਬਹੁਤ ਕਰ ਲੈਂਦੇ ਆ ਜੀ। 3 ਸਾਲ ਪਹਿਲਾਂ ਵੀ ਵਾਅਦੇ ਕੀਤੇ ਸੀਗੇ, ਉਹਨਾਂ 'ਚੋਂ ਵੀ ਉਹਨਾਂ ਨੂੰ ਯਾਦ ਕਰਵਾਈ ਜਾਂਦੇ, ਹਜੇ ਤੱਕ ਲੋਕ ਵੀ ਕਰਵਾਉਂਦੇ ਆ, ਕੋਈ ਪਾਰਟੀਆਂ ਵੀ ਕਰਾਉਂਦੀਆਂ, ਪਰ ਪਤਾ ਨਹੀਂ। ਖੈਰ ਚਲੋ, ਉਹ ਤਾਂ ਹੁਣ 1.5 ਸਾਲ ਰਹਿ ਗਿਆ, ਹੁਣ ਸ਼ਾਇਦ ਉਹ ਕਰ ਦੇਣਗੇ ਪੂਰਾ। ਵਿੱਚ ਆਪਣੇ ਐਮਐਲਏ ਵੀ ਚਿੱਠੀਆਂ ਪਾ ਕੇ ਚੇਤਾ ਕਰਾਉਂਦੇ, ਆਸ ਹੈਗੀ ਉਹਨਾਂ ਨੂੰ ਕਿ ਸ਼ਾਇਦ ਆਹ 1.5 ਸਾਲਾਂ ਦੇ ਵਿੱਚ ਕਰ ਦੇਣਗੇ। ਇਹ ਵੀ ਵਾਅਦੇ ਦੇ ਨਾਲ ਤਾਂ ਮੈਂ ਜੋੜਿਆ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦਾ ਜਿਹੜਾ ਵਿਸ਼ੇਸ਼ ਦਾ ਕੰਮ ਆ, ਇਹ ਵੀ ਇਹਨਾਂ ਦਾ ਇੱਕ ਵਾਅਦਾ ਸੀਗਾ ਜੀ। ਜਦੋਂ ਕੋ ਰਾਹੁਲ ਗਾਂਧੀ ਹੁਣੀ ਆਏ ਸੀਗੇ, ਜਦੋਂ ਸੰਘਰਸ਼, ਕਹਿੰਦੇ ਸੀ ਵੀ ਮੇਰੇ ਵੱਲੋਂ ਜੋ ਵੀ ਕਿਸਾਨਾਂ ਲਈ ਵੱਧ ਤੋਂ ਵੱਧ ਬਣਿਆ ਮੈਂ ਕਰੂੰਗਾ ਜੀ। ਫਿਰ ਰੌਲਾ ਪੈ ਗਿਆ ਜੀ, ਵਿਸ਼ੇਸ਼ ਇਜਲਾਸ ਸੱਦੋ। ਕਹਿੰਦੇ ਜੀ ਠੀਕ ਹੈ ਜੀ, ਵਿਸ਼ੇਸ਼ ਇਜਲਾਸ ਸੱਦ ਲੈਣੇ, ਚੇਤਾਵਨੀ ਦਿੱਤੀ, ਅਲਟੀਮੇਟਮ ਦੇ ਦਿੱਤਾ, ਪਰ ਉਹਨਾਂ ਨੂੰ ਵੀ ਇਹਨਾਂ ਨੇ ਕਾਊਂਟਰ ਕੀਤਾ ਵੀ ਤੁਹਾਡੇ ਅਲਟੀਮੇਟਮ ਨਾਲ ਨਹੀਂ ਗੱਲ ਬਣਨੀ, ਅਸੀਂ ਆਪਣੀ ਮਰਜ਼ੀ ਨਾਲ ਸੱਦਾਂਗੇ ਜੀ। ਸੱਦ ਲਿਆ ਜੀ, ਇੱਕ ਦਿਨ ਦੀ ਗੱਲ ਨਹੀਂ ਬਣਨੀ, ਕਿਉਂਕਿ ਉਹਨੂੰ ਪਤਾ ਸੀ ਵੀ ਸ਼ਰਧਾਂਜਲੀਆਂ ਨਿਕਲ ਵੀ ਸ਼ਰਧਾਂਜਲੀਆਂ ਨੂੰ ਗਿਆ ਜੀ। ਕੈਪਟਨ ਸਾਹਿਬ ਸ਼ਰਧਾਂਜਲੀਆਂ ਦਿਓ, ਵਧੀਆ ਗੱਲ ਹੈ ਤੁਹਾਡੀ, ਇਹ ਦੇਣੀ ਵੀ ਚਾਹੀਦੀ ਆ। ਹੁਣ ਤੁਸੀਂ ਉਹ ਕਿਸਾਨ ਅੰਦੋਲਨਾਂ 'ਚ ਜਿਹੜੇ ਜਾਨ ਗਵਾ ਗਏ ਕਿਸਾਨ ਜੀ, ਉਹ ਤਾਂ ਰੁਖਸਤ ਹੋ ਗਏ ਨਾ, ਬਿਲਕੁਲ ਨੂੰ ਪਿਆਰੇ ਹੋ ਗਏ ਜੀ, ਪਰ ਉਹ ਕਿਹਦੇ ਲਈ ਹੋਏ ਆ? ਆਪਣੇ ਪਰਿਵਾਰ ਲਈ ਤਾਂ ਨਹੀਂ, ਬਿਲਕੁਲ ਪੰਜਾਬ ਲਈ ਹੋਏ ਆ। ਤੇ ਜੇ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਵੀ ਦਿੰਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਲਈ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਹੈ। ਮੇਰੇ ਖਿਆਲ ਵਿੱਚ ਕਿਸਾਨਾਂ ਦੇ ਥੋੜਾ ਜਿਹਾ ਹਾਂ ਪੱਖੀ ਵਤੀਰਾ ਹੁੰਦਾ ਵੀ ਹਾਂ ਵੀ ਸਾਡੇ ਲਈ ਕੁਝ, ਚਲੋ ਮੁੱਖ ਮੰਤਰੀ ਨੇ ਕੁਝ ਤੇ ਕੀਤਾ ਆ ਵੀ ਹਾਂ, ਉਹ ਕਿਸੇ ਲਈ ਨਹੀਂ ਨਾ ਗਏ। ਦੇਖੋ, ਉਹਨਾਂ ਨੇ ਆਪਣਾ ਨਿੱਜੀ ਹਿੱਤ ਤਾਂ ਹੈ ਨਹੀਂ ਸੀ ਉਹਨਾਂ ਦੇ, ਪੂਰੇ ਪੰਜਾਬ ਲਈ ਇੰਨੇ ਦਿਨਾਂ ਚੋਂ ਬੈਠੇ ਆ। ਕਿਸੇ ਦੇ ਵਿਚਾਰੇ ਦੀ ਦਿਲ ਦੀ ਧੜਕਣ ਰੁਕ ਜਾਂਦੀ ਆ, ਕੋਈ ਵਿਚਾਰਾ ਵੈਸੇ ਮਰੀਜ਼ ਹੁੰਦਾ, ਸਿਆਣੀ ਉਮਰ ਦਾ ਹੁੰਦਾ ਆ, ਉਹ ਨਹੀਂ ਸਹਾਰ ਸਕਦਾ। ਇੰਨੀ ਗਰਮੀ ਵੀ ਸੀਗੀ ਕਾਫੀ, ਹੁਣ ਮੌਸਮ ਚੇਂਜ ਹੋਇਆ ਪਰ ਹਜੇ ਵੀ ਦੁਪਹਿਰ ਦੀ ਗਰਮੀ ਹੈਗੀ ਆ, ਪਰ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਠੀਕ ਗੱਲ ਆ। ਪਰ ਇਹ ਗੱਲ ਜ਼ਰੂਰ ਕਿਸਾਨਾਂ ਦੇ ਰੜਕਦੀ ਆ ਵੀ ਇਹਨਾਂ ਲਈ ਮੁਆਵਜ਼ਾ ਐਲਾਨਿਆ ਜਾਂਦਾ ਤਾਂ ਚੰਗਾ ਹੁੰਦਾ ਜੀ। ਪਹਿਲੇ ਦਿਨ ਕੱਲ੍ਹ ਇਜਲਾਸ ਸੀਗਾ, ਸ਼ਰਧਾਂਜਲੀਆਂ 'ਚ ਨਿਕਲ ਗਿਆ, ਹੰਗਾਮਾ ਹੋਇਆ, ਰੌਲਾ ਇਹ ਪਿਆ ਵੀ ਸਾਨੂੰ ਜੀ ਜਿਹੜਾ ਬਿੱਲ ਪੇਸ਼ ਕਰਨਾ ਉਹਦੀਆਂ ਕਾਪੀਆਂ ਨਹੀਂ ਦਿੱਤੀਆਂ। ਉਹਦੇ 'ਚ ਉਹ ਆਪ ਕੈਪਟਨ ਸਾਹਿਬ ਕਹਿੰਦੇ ਵੀ ਮੈਂ ਤਾਂ ਜੇ ਵਕੀਲਾਂ ਤੋਂ ਰਾਏ ਲੈਣੀ ਆ, ਤੇ ਜੇ ਆਪਾਂ ਤਿਆਰੀ 8-10 ਦਿਨਾਂ ਦੀ ਕਰ ਰਹੇ ਹਾਂ ਤਾਂ ਉਹਨਾਂ 8-10 ਦਿਨਾਂ ਦੇ ਵਿੱਚ ਰਾਏ ਨਹੀਂ ਅਜੇ ਤੱਕ ਲਈ ਜੀ। ਦੂਸਰੀ ਗੱਲ, ਇਹਨਾਂ ਦੇ ਜਿਹੜੇ ਦੂਜੀਆਂ ਸਿਆਸੀ ਪਾਰਟੀਆਂ ਆ, ਅਕਾਲੀ ਦਲ ਹੋਣੀ ਆ, ਉਹ ਟਰੈਕਟਰਾਂ ਤੇ ਤੁਰੇ ਹੋ। ਮੈਂ ਉਹੀ ਗੱਲ ਕਰਨੀ ਸੀ ਕਿ ਇਹ ਜਿਹੜੇ ਸਾਡੇ ਵਿਧਾਨਕਾਰ ਨੇ, ਜਿਹੜਿਆਂ ਨੂੰ ਐਮਐਲਏ ਬਣਾਇਆ, ਸਰਕਾਰ ਇਹਨਾਂ ਦੇ ਉੱਤੇ ਬੜੇ ਪੈਸੇ ਖਰਚਦੀ ਆ, ਤੇ ਹਰ ਚੀਜ਼ ਨੂੰ ਲੈ ਕੇ ਨਿਰੀ ਡਰਾਮੇਬਾਜ਼ੀ ਜਾਂ ਜਿਹਨੂੰ ਤੁਸੀਂ ਸ਼ੋਸ਼ੇਬਾਜ਼ੀ ਕਹਿੰਦੇ ਆ, ਇਹ ਕਿਉਂ ਕਰਦੇ ਆ? ਅਸੀਂ ਸੰਘਰਸ਼ ਦੇ ਦੌਰਾਨ ਵੀ ਦੇਖਿਆ ਕਿ ਇਹ ਕੋਈ ਟਰੈਕਟਰ ਨੂੰ ਅੱਗ ਲਾ ਰਿਹਾ ਤੇ ਕੋਈ ਟਰੈਕਟਰਾਂ ਤੇ ਸੋਫੇ ਲਾ ਕੇ ਜਾ ਰਿਹਾ, ਤੇ ਹੁਣ ਕੱਲ ਇਹ ਆਪਣੀਆਂ ਗੱਡੀਆਂ ਛੱਡ ਕੇ ਤੇ ਟਰੈਕਟਰਾਂ ਤੇ ਵਿਧਾਨ ਸਭਾ ਨੂੰ ਆ ਰਿਹਾ। ਇਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਨਹੀਂ ਪੁੱਛਿਆ ਕਿ ਤੁਸੀਂ ਕਿੱਥੇ ਚੱਲੇ ਆ? ਮੈਂ ਉਹ ਦੱਸਦਾ ਪਏ, ਇੱਕ ਛੋਟੀ ਜਿਹੀ ਗੱਲ ਜੋੜਨਾ ਚਾਹੁੰਦਾ ਇੱਥੇ ਜੀ। ਬਈ ਅਕਾਲੀ ਦਲ ਤਾਂ ਟਰੈਕਟਰ ਲੈ ਕੇ ਆਇਆ ਜੀ, ਗੱਡੀਆਂ ਛੱਡ ਕੇ, ਤੇ ਉੱਥੇ ਜਿੱਥੋਂ ਕਿਸਾਨ ਭਵਨ 'ਚ ਮੀਟਿੰਗ ਕਰ ਰਹੇ ਸੀ ਨਾ, ਉਹ 3 ਮੰਤਰੀ ਗਏ ਹੋਏ ਸੀ। ਉਹਨੂੰ ਦੇਖਿਆ ਵੀ ਬਾਹਰ ਧਰਨਾ ਲਾਤਾ ਕਿਸਾਨ ਭਵਨ ਦੇ, ਤੇ ਉਹ ਆਪਣੀਆਂ ਜਿਹੜੀ ਤੁਸੀਂ ਗੱਡੀ ਦੀ ਗੱਲ ਕਰ ਰਹੇ ਹੋ, ਉਹ ਗੱਡੀਆਂ ਛੱਡ ਕੇ ਭੱਜ ਗਏ ਉੱਥੇ ਜੀ। ਤੇ ਕਹਿਣ ਦਾ ਭਾਵ ਉਹਨਾਂ ਲਈ ਟਰੈਕਟਰ ਜ਼ਰੂਰੀ ਸੀਗਾ ਭੱਜਣ ਵਾਸਤੇ। ਮੈਂ ਇਹ ਕਹਿਣਾ ਚਾਹੁੰਦਾ ਵੀ ਪੰਜਾਬ ਲਈ ਅੱਜ ਤੱਕ ਕੋਈ ਵੀ ਸਿਆਸੀ ਪਾਰਟੀ, ਕੋਈ ਵੀ ਸਿਆਸੀ ਨੇਤਾ ਸੁਹਿਰਦ ਰਿਹਾ ਹੀ ਨਹੀਂ ਜੀ। ਜੇ ਸੁਹਿਰਦ ਰਿਹਾ ਹੁੰਦਾ ਤਾਂ ਜਿੰਨਾ ਕੁ ਸੰਤਾਪ ਪੰਜਾਬ ਨੇ ਅੱਜ ਤੱਕ ਭੋਗਿਆ, 84 ਦਾ ਲੈ ਲਈਏ, 84 ਤੋਂ ਬਾਅਦ ਨਵੰਬਰ ਦਾ ਲੈ ਲਈਏ 84 ਦਾ, ਉਹ ਸੰਤਾਪ ਸ਼ਾਇਦ ਨਾ ਭੋਗਣਾ ਪੈਂਦਾ ਜੇ ਆਪਣਾ ਕੋਈ ਸਿਆਸੀ ਆਗੂ, ਸਿਆਸੀ ਪਾਰਟੀ ਇਸ ਤਰੀਕੇ ਨਾਲ ਸੰਜੀਦਾ ਹੁੰਦੀ ਵੀ ਪੰਜਾਬ ਦੀਆਂ ਜਿਹੜੀਆਂ ਹੱਕੀ ਮੰਗਾਂ ਆ ਉਹਨਾਂ ਨੂੰ ਜ਼ੋਰ ਜ਼ਬਰਦਸਤੀ ਨਾਲ ਸੈਂਟਰ ਤੋਂ ਮਨਵਾਉਂਦੀ ਜੀ, ਫਿਰ ਹੀ ਫਾਇਦਾ ਹੁੰਦਾ। ਪਰ ਇਹਨਾਂ ਨੇ ਅੱਜ ਤੱਕ ਕਿਸੇ ਨੇ ਵੀ ਪੰਜਾਬ ਦੇ ਭਲੇ ਲਈ ਘੱਟ ਹੀ ਸੋਚਿਆ ਆ। ਇਹ ਲੋਕ ਵੀ ਸੋਚਣਗੇ ਵੀ ਇਹ ਅਸੀਂ ਕਿਹੋ ਜਿਹੇ ਬੰਦੇ ਜਿਹੜੇ ਆ ਚੁਣ ਕੇ ਭੇਜੇ ਆ, ਉਹਨਾਂ ਉਸ ਬਾਬੇ ਵਰਗੇ ਨਹੀਂ ਲੱਗਦੇ ਜਿਹੜਾ ਹਾਥੀ ਤੇ ਚੜ੍ਹ ਕੇ ਯੋਗ ਕਰਦਾ ਸੀ। ਦੇਖੋ ਹੁਣ ਗੱਲ ਆਹ ਹੀ ਆ ਗਈ ਨਾ, ਫਿਰ ਮੁੜ ਕੇ ਵੀ ਲੋਕ ਵੀ ਸੋਚਣਗੇ ਇਹ ਟਰੈਕਟਰ ਤੇ ਚੜ੍ਹ ਕੇ ਵਿਧਾਨ ਸਭਾ ਨੂੰ ਆਉਂਦੇ ਆ, ਉਹ ਹਾਥੀ ਤੇ ਚੜ੍ਹ ਕੇ ਯੋਗ ਕਰਦਾ, ਤੇ ਕਰਦੇ ਤੇ ਸਾਰੇ ਤਮਾਸ਼ੇ ਹੀ ਨੇ ਜੀ। ਤਮਾਸ਼ਾ, ਮੈਂ ਉਹੀ ਕਹਿਣ ਲੱਗਾ ਵੀ ਇਹਨਾਂ ਦੇ ਕਿਸਾਨੀ ਹਿੱਤ ਬਹੁਤ ਪਿੱਛੇ ਆ।
ਇਹਨਾਂ ਪਾਰਟੀਆਂ ਨੂੰ ਹੁਣ ਸਿਰਫ ਤੇ ਸਿਰਫ 2022 ਦੀਆਂ ਚੋਣਾਂ ਦਿਸਦੀਆਂ, ਜੀ, ਜਿਹਦੇ ਵਿੱਚ ਉਹਨਾਂ ਨੂੰ ਇਹੀ ਜ਼ੋਰ ਲੱਗਾ ਆ ਵੀ ਜਿਹੜੀ ਸੱਤਾ ਦੀ ਕੁਰਸੀ ਅਸੀਂ ਕਿੱਦਾਂ ਹਾਸਲ ਕਰਨੀ ਆ। ਹੁਣ ਪੰਜਾਬ ਦੇ ਇੰਨਾ ਗੰਭੀਰ ਮਸਲਾ ਆ ਜਿਹਦੇ ਵਿੱਚ ਕੋਈ ਵੀ ਧਿਰ ਜੇ ਕਹੋ ਵੀ ਇੱਕ ਦੂਜੇ ਨਾਲ ਰਲ ਕੇ ਤਿਆਰ ਨਹੀਂ ਜੀ। ਚਾਹੀਦਾ ਤਾਂ ਕੈਪਟਨ ਮੁੱਖ ਮੰਤਰੀ ਉਹਨਾਂ ਨੂੰ ਇਹ ਸੀਗਾ ਵੀ ਇਹ ਆਪ ਅਗਵਾਈ ਕਰਦੇ ਕਿਸਾਨਾਂ ਦੀ, ਬਾਕੀ ਪਾਰਟੀਆਂ ਨੂੰ ਨਾਲ ਰਾਏ ਲੈਂਦੇ ਉਹਨਾਂ ਨੂੰ ਨਾਲ ਰਾਏ ਲੈ ਕੇ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲਦੇ, ਰਾਸ਼ਟਰਪਤੀ ਨੂੰ ਮਿਲਦੇ, ਪੰਜਾਬ ਦਾ ਪੱਖ ਰੱਖਦੇ ਉੱਥੇ। ਬਿਲਕੁਲ। ਹੁਣ ਉਹਦੇ ਵਿੱਚ ਜਿਹੜੀ ਇਹਨਾਂ ਨੇ ਕਰਤਾ ਪਏ, ਦੇਖੋ ਜੀ ਵਿਧਾਨ ਸਭਾ ਲਿਆਵਾਂਗੇ, ਸੈਸ਼ਨ ਸੱਦਾਂਗੇ, ਉਹਦੇ ਵਿੱਚ ਬਿੱਲ ਪਾਸ ਕਰਾਂਗੇ, ਰੱਦ ਹੋਊਗਾ। ਪਰ ਇਹਦੇ 'ਚ ਮੈਨੂੰ ਜਿਹੜੀ ਲੱਗਦੀ ਆ, ਜਿਹੜੀ ਮੇਰੇ ਮਨ 'ਚ ਗੱਲ ਆਉਂਦੀ ਆ ਵੀ ਜੇ ਕੇਂਦਰ ਇੱਕ ਕਾਨੂੰਨ ਬਣਾਉਂਦਾ, ਜੀ, ਕੋਈ ਵੀ ਕਾਨੂੰਨ ਹੈ, ਇਹ ਚਲੋ ਖੇਤੀ ਕਾਨੂੰਨ ਹੈ ਜਾਂ ਕੋਈ ਵੀ ਬਣਾਉਂਦਾ, ਤੇ ਉਹ ਬਣਾਉਂਦਾ ਤਾਂ ਪੂਰੇ ਦੇਸ਼ ਲਈ ਆ। ਬਿਲਕੁਲ। ਤੇ ਜੇ ਉਹਦੇ ਵਿੱਚ ਜਿੰਨੇ ਆਪਾਂ 30-32 ਰਾਜ ਆ, ਜੇ ਉਹ ਕਹਿਣ ਭਈ ਅਸੀਂ ਨਹੀਂ ਜੀ ਆਪਣੇ ਰਾਜ 'ਚ ਲਾਗੂ ਹੋਣ ਦੇਣਾ, ਤੇ ਫਿਰ ਕੇਂਦਰ ਦਾ ਬਣਿਆ ਕਾਨੂੰਨ ਕਿੱਥੇ ਜਾਊਗਾ? ਬੰਗਲਾਦੇਸ਼ ਨੇ ਤਾਂ ਸ਼੍ਰੀਲੰਕਾ ਨੇ ਤਾਂ ਲਾਗੂ ਨਹੀਂ ਕਰਨਾ। ਬਿਲਕੁਲ। ਇਹ ਵੀ ਇੱਕ ਪੁਆਇੰਟ ਆ। ਹੁਣ ਇਹ ਤਾਂ ਇੱਧਰ ਮੈਂ ਜੋੜਿਆ ਵੀ ਜੇ ਪੰਜਾਬ ਵਿਧਾਨ ਸਭਾ ਉਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰ ਦਿੰਦੀ, ਬਿੱਲ ਪਾਸ ਕਰ ਦਿੰਦੀ ਆ, ਤੇ ਇਹਦਾ ਅਸਰ ਕੀ ਹੋਵੇਗਾ? ਬਿਲਕੁਲ। ਗੱਲ ਇੱਥੇ ਵੀ ਖੜਦੀ ਆ ਜੀ, ਵੀ ਜੇ ਸਾਰੇ ਸਟੇਟ ਕਹਿਣ ਅੱਜ ਪੰਜਾਬ ਨੇ ਕਰਤਾ, ਕੱਲ੍ਹ ਨੂੰ ਮੱਧ ਪ੍ਰਦੇਸ਼ ਕਰੂਗਾ, ਪਰਸੋਂ ਨੂੰ ਰਾਜਸਥਾਨ ਕਰੂਗਾ ਵੀ ਅਸੀਂ ਨਹੀਂ ਜੀ ਇਹ ਲਾਗੂ ਹੋਣ ਦੇਣਾ, ਤੇ ਇਹ ਤਾਂ ਫਿਰ ਗੱਲ ਮੈਨੂੰ ਲੱਗਦਾ ਜੱਚਦੀ ਘੱਟ ਆ। ਜੀ, ਇਹ ਤਾਂ ਇੱਕ ਪਰਦਾ ਪਾਉਣ ਵਾਲੀ ਗੱਲ ਆ। ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਰਦੇ ਹਾਂ ਕਿ ਜਿਹੜਾ ਸੈਂਟਰ ਸਟੇਟ ਰਿਲੇਸ਼ਨ ਹੈ ਉਹਦੇ ਵਿੱਚ ਕਨਫਲਿਕਟ ਪੈਦਾ ਹੁੰਦੇ ਆ, ਲੋਕ ਇਹ ਤਰੀ ਸਾਦੇ ਸਾਰੇ ਰਾਜ ਨਹੀਂ ਲਾਗੂ ਕਰਨਗੇ ਤਾਂ ਫਿਰ ਸੈਂਟਰ ਬਣਾਉਂਦਾ ਕਿਹਦੇ ਲਈ ਕਾਨੂੰਨ ਹੈ? ਜੀ, ਉਹ ਸੈਂਟਰ ਦੀ ਗੱਲ ਹੋ ਗਈ। ਹੁਣ ਅਗਲੇ ਗੱਲ ਜਿਹੜੀ ਮੈਂ ਹੋਰ ਕਰਨੀ ਚਾਹੁੰਦਾ ਵੀ ਇਹ ਆ ਵੀ ਜੇ ਸੂਬਾ ਸਰਕਾਰ ਕੋਈ ਕਾਨੂੰਨ ਬਣਾਵੇ ਤੇ ਆਪਣੇ ਜਿੰਨੇ ਜ਼ਿਲ੍ਹੇ ਆ, ਕੋਈ ਇੱਕ ਜ਼ਿਲ੍ਹਾ ਕਹਿ ਦੂਗਾ ਮੈਂ ਤਾਂ ਨਹੀਂ ਲਾਗੂ ਕਰਦਾ ਜੀ ਆਪਣੇ ਜ਼ਿਲ੍ਹੇ 'ਚ, ਤਾਂ ਫਿਰ ਤਾਂ ਗੱਲ ਬਣਨੀ ਨਹੀਂ। ਜਿਹੜੇ ਮਾਹਰ ਉਹਨਾਂ ਨੂੰ ਇਹ ਦੱਸਦੇ ਆਏ ਆ, ਕਿਸਾਨਾਂ ਦੀ ਵੀ ਇਹ ਰਾਈ ਆਇਆ ਸੀਗੀ ਵਿੱਚ ਵੀ ਤੁਸੀਂ ਉਹਨੂੰ ਆਪਣੀ MSP ਭਰੋ ਤਾਂ ਵਿੱਚ ਉਹਦੇ। ਜੀ, ਤੁਸੀਂ ਉਹਨੂੰ ਜੋ ਰੱਦ ਕਰਨਾ, ਰੱਦ ਦੇ ਨਾਲ ਆਪਣਾ ਕੁਝ ਵਿੱਚ ਐਡ ਤਾਂ ਕਰੋ ਵੀ ਜੇ ਸੈਂਟਰ MSP ਨਹੀਂ ਦਿੰਦਾ ਤਾਂ ਅਸੀਂ ਦੇਵਾਂਗੇ। ਬਿਲਕੁਲ। ਇਹੀ ਗੱਲ ਨਵਜੋਤ ਸਿੱਧੂ ਵੀ ਉਦੋਂ ਬਦਨੀ ਕਲਾਂ ਜਿਹੜੀ ਰੈਲੀ ਹੋਈ ਕਹਿ ਕੇ ਗਿਆ ਵੀ ਸਰਕਾਰ ਸੈਂਟਰ ਦੀ ਨਹੀਂ ਖਰੀਦਦੀ, ਨਾ ਸੀ ਤੁਸੀਂ ਆਪ ਦੇ ਤੌਰ ਤੇ MSP ਲਾਗੂ ਕਰੋ। ਸਰਕਾਰ ਸਰਕਾਰੀ ਖਰੀਦ ਬੰਦ ਕਰ ਦਿੰਦੀ ਆ, ਤੁਸੀਂ ਆਪਣੀ ਖਰੀਦ ਸ਼ੁਰੂ ਕਰੋ, ਕੁਛ ਨਾ ਕੁਛ ਤਾਂ ਵਿੱਚ ਐਡ ਕਰੋ। ਇਹੀ ਮੈਂ ਸੈਂਟਰ ਨੂੰ ਕਹਿੰਦਾ ਆ ਰਿਹਾ, ਇੰਨੇ ਦਿਨ ਆਪਾਂ ਪਹਿਲਾਂ ਵੀ ਕੀਤੀ ਚਰਚਾ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਹਿ ਰਹੇ ਆ ਵੀ ਜੋ ਕੰਮ 6 ਦਹਾਕਿਆਂ 'ਚ ਕਾਂਗਰਸ ਨਹੀਂ ਕਰ ਸਕੀ ਉਹ ਅਸੀਂ 6 ਸਾਲਾਂ 'ਚ ਕਰਤਾ, ਤਾਂ ਵੀ ਇੱਕ ਕੰਮ ਆ ਵੀ ਨਾਲ ਕਰ ਦਿੰਦੇ। ਜੀ, ਇਹਦੇ ਨਾਲ ਕਿਹੜਾ ਵੀ ਕਾਨੂੰਨ ਦਾ ਹਲਕਾ ਪੈ ਜਾਣਾ ਸੀਗਾ? ਬਿਲਕੁਲ ਪੱਕਾ ਇਹ ਹੋਣਾ ਸੀ, ਕਿਸਾਨਾਂ ਦੀ ਵਾਕਈ ਆਮਦਨ ਦੁੱਗਣੀ ਹੋ ਜਾਣੀ ਸੀ ਜੇ ਤੁਸੀਂ MSP ਔਰ ਮੰਡੀਕਰਨ ਦਾ ਪ੍ਰਬੰਧ ਜਿਹੜਾ ਆ, ਖਰੀਦ ਦਾ, ਸਰਕਾਰੀ ਖਰੀਦ ਦਾ ਪੱਕੇ ਤੌਰ ਤੇ ਇੱਕ ਲਾਜ਼ਮੀ ਕਰ ਦਿੰਦੇ ਕਾਨੂੰਨ ਬਣਾ ਕੇ, ਤਾਂ ਹੋ ਸਕਦਾ ਤੁਹਾਡੇ ਗੁਣ ਆਉਂਦੀ ਪੀੜ੍ਹੀ ਤੱਕ ਸਾਰੇ ਗਾਉਂਦੇ। ਬਹੁਤ ਸੋਹਣੀ ਗੱਲ, ਤੁਸੀਂ ਇੱਕ ਬਹੁਤ ਢੁੱਕਵੀਂ ਗੱਲ ਕੀਤੀ ਆ ਵੀ ਜੇ ਕੇਂਦਰ ਸਰਕਾਰ ਨੇ ਤੁਹਾਨੂੰ ਲੱਗਦਾ ਕਿ ਸਾਡੇ ਕਿਸਾਨਾਂ ਦੇ ਖਿਲਾਫ ਇੱਕ ਬਿੱਲ ਪੇਸ਼ ਕੀਤੇ ਆ, ਉਹਨਾਂ ਨੇ ਕਿਹਾ ਵੀ ਕੋਈ ਵੀ ਖਰੀਦ ਲਵੇ ਮੰਡੀ ਚੋਂ, ਉਹਨਾਂ ਨੇ ਇਹੀ ਕਿਹਾ ਵੀ ਓਪਨ ਮਾਰਕੀਟ ਆ, ਜਿਹੜਾ ਮਰਜ਼ੀ ਖਰੀਦ ਲੈ, ਤੇ ਤੁਸੀਂ ਖਰੀਦ ਏਜੰਸੀ ਬਣ ਜਾਓ, ਤੁਹਾਡੇ ਕੋਲ ਆਲਰੇਡੀ ਖਰੀਦ ਏਜੰਸੀ ਹੈਗੀਆਂ ਨੇ, ਤੁਸੀਂ ਆਪਣੀਆਂ ਏਜੰਸੀਆਂ ਆਪਣੇ ਭਾਅ ਨਾਲ ਖਰੀਦੋ ਤੇ ਕਿਸਾਨਾਂ ਨੂੰ ਸੌਖੇ ਕਰੋ। ਮੈਂ ਉਹੀ ਬਾਹਰੋਂ ਆਉਣ ਦੀ ਲੋੜ ਹੀ ਨਹੀਂ ਕਿਸੇ ਵਪਾਰੀ ਦੀ, ਤੁਸੀਂ ਆਪ ਦਾ ਇੱਕ ਫੰਡ ਤਿਆਰ ਕਰੋ, ਉਹ ਫੰਡ ਰੱਖੋ ਹੀ ਵੀ ਆਹ ਹਾੜੀ ਦੀ ਫਸਲ ਲਈ ਆ, ਆਹ ਸੌਣੀ ਦੀ ਫਸਲ ਲਈ ਆ। ਜੇ ਆਪਾਂ ਸੈਂਟਰ ਤੋਂ ਰਿਜ਼ਰਵ ਬੈਂਕ ਤੋਂ ਲੈਂਦੇ ਆ ਤਾਂ ਉਹ ਆਪਣਾ ਫੰਡ ਤਿਆਰ ਕਰੋ ਇਸ ਤਰੀਕੇ ਨਾਲ ਵੀ ਹਾਂ ਵੀ ਅਸੀਂ ਕਿਸਾਨਾਂ ਦੀ ਏਜੰਟਸ ਲੈਣੀ ਆ, ਤੁਸੀਂ ਉਹਨੂੰ ਬਾਹਰ ਜਿਹੜੇ ਮਰਜ਼ੀ ਮੁੱਲ ਦੇ ਵੇਚੋ। ਬਿਲਕੁਲ ਗੱਲ ਇਹ ਆਉਂਦੀ ਨਾ। ਤੇ ਜੇ ਹੁਣ ਇਹ ਕਹਿੰਦੇ ਆ ਵੀ ਇੱਕ ਮੰਡੀ ਇੱਕ ਦੇਸ਼ ਕਰਨਾ ਆ ਤੇ ਵਪਾਰੀਆਂ ਨੂੰ ਖੁੱਲ੍ਹ ਹੋਣੀ ਆ, ਤਾਂ ਆਪਾਂ ਪਿੱਛੇ ਵੀ ਜ਼ਿਕਰ ਕੀਤਾ ਵੀ ਉਹ ਵਪਾਰੀ ਤਾਂ ਹੁਣ ਇਹ ਹੋ ਗਿਆ ਵੀ ਉਹ UP ਔਰ ਬਿਹਾਰ ਦਾ ਝੋਨਾ ਲੈ ਕੇ ਇੱਥੇ ਵੇਚਣ ਲੱਗ ਪਏ। ਬਿਲਕੁਲ। ਸਾਡੇ ਕੋਲ ਤਾਂ ਪਹਿਲਾਂ ਹੀ 5000 ਕਰੋੜ ਜਿਹੜਾ ਘੱਟ ਦਿੱਤਾ RBI ਨੇ। ਬਿਲਕੁਲ। ਜਿਣਸ ਖਰੀਦਣ ਲਈ ਵੀ ਜਿੰਨਾ ਝੋਨਾ ਆਇਆ ਉਹਦੇ ਅੰਦਾਜ਼ੇ ਨਾਲ ਦਿੱਤਾ ਹੁੰਦਾ ਵੀ ਇੰਨੇ ਲੱਖ ਟਨ ਝੋਨਾ ਬਣ ਜਾਣਾ, ਉਹਦੀ ਇੱਕ ਕ੍ਰੈਡਿਟ ਲਿਮਿਟ ਦੇ ਦਿੰਦੇ ਉਹ। ਬਿਲਕੁਲ। 30000 ਕਰੋੜ ਤੋਂ ਕੁਛ ਵੱਧ ਦਿੱਤਾ, 5000 ਕਰੋੜ ਫੇਰ ਘੱਟ ਲਿਆ। ਹੁਣ ਉਸ 5000 ਕਰੋੜ ਦਾ ਜਿਹੜਾ ਘਾਪਾ ਆ ਉਹ ਪੈਣਾ ਸੀ ਕਿਸਾਨਾਂ ਦੇ ਪਹਿਲਾਂ ਹੀ ਆਪਣੇ ਪੰਜਾਬ ਦੇ, ਤੇ ਜਿਹੜਾ ਹੁਣ ਬਾਹਰੋਂ ਲਿਆ ਕੇ ਝੋਨਾ ਵੇਚ ਰਹੇ ਆ, ਰੋਜ਼ ਟਰਾਲੇ ਫੜੇ ਜਾਂਦੇ ਆ ਬਾਰਡਰਾਂ ਤੇ, ਲੰਬੇ 100 ਟਰਾਲਾ ਫੜਿਆ ਜਾਂਦਾ ਬਾਹਰੋਂ ਝੋਨਾ ਲੈ ਕੇ ਵੇਚਦੇ ਆ, ਜਿਹੜਾ ਉਹ ਖਰੀਦ ਕੇ ਜੇ ਚਲੇ ਜਾਵੇ ਤੇ MSP ਦੇ ਹਿਸਾਬ ਨਾਲ ਤਾਂ ਜਿਹੜਾ ਪੈਸਾ ਸਾਨੂੰ ਮਿਲਿਆ RBI ਦਾ ਤੇ ਉਹ ਤਾਂ ਉਹ ਲੈ ਗਏ। ਗੱਲ ਇਹ ਆ ਕਿ ਅਸੀਂ ਸਿਰਫ ਵਿਰੋਧ ਨਾ ਖੇਲੀਏ, ਅਸੀਂ ਉਹਦਾ ਕੋਈ ਹੱਲ ਲੱਭੀਏ ਤੇ ਕੰਮ ਹੋ ਸਕਦਾ। ਗੱਲ ਇਹ ਆ ਵੀ ਇੱਕ ਰਾਏ ਬਣਾ ਕੇ ਚੱਲਣਾ ਪਊਗਾ, ਇੱਕ ਮੁੱਠ ਹੋ ਕੇ ਚੱਲਣਾ ਪਊ। ਸਿਆਸੀ ਪਾਰਟੀਆਂ ਨੂੰ ਸੁਹਿਰਦਤਾ ਨਾਲ ਇੱਕ ਸੁਰ ਹੋ ਕੇ, ਇਹ ਬਹੁਤ ਹੀ ਗੰਭੀਰ ਮਸਲਾ ਆ, ਇਹ ਪੰਜਾਬ ਦੇ ਭਵਿੱਖ ਦਾ ਆ, ਨਾ ਕਿ ਕਿਸਾਨਾਂ ਦੇ ਇਕੱਲਿਆਂ ਦੇ ਭਵਿੱਖ ਦਾ ਆ। ਬਿਲਕੁਲ, ਇਹ ਪੰਜਾਬ ਦੇ ਭਵਿੱਖ ਦਾ ਆ। ਆਉਂਦੇ ਸਮੇਂ ਦੇ ਵਿੱਚ ਇਹਦੇ ਇਹੋ ਜਿਹੇ ਆਉਂਦੇ ਸਮੇਂ ਤੇ ਤਾਂ ਮੈਂ ਬਹੁਤ ਦੂਰ ਚਲੇ ਗਿਆ, ਆ ਨੇੜੇ ਹੁਣ ਅਜੇ ਤਾਂ ਲਾਗੂ ਹੀ ਹੋਇਆ, ਹੁਣ ਆਪਣਾ ਝੋਨਾ ਆਉਂਦਾ ਨਾ ਵਿਕਣ, ਰੋਜ਼ ਫੜ ਹੁੰਦਾ। ਇਹ ਆਉਂਦੇ ਸਮੇਂ ਦੇ ਵਿੱਚ ਇਹ ਇੱਕ ਮਜ਼ਦੂਰ ਬਣ ਕੇ ਕਿਸਾਨ ਰਹਿ ਜਾਊਗਾ, ਜੋ ਕਿ ਹਮੇਸ਼ਾ ਹੀ ਕਿਸਾਨਾਂ ਨੇ ਤੌਖਲੇ ਪ੍ਰਗਟਾਏ ਆ। ਜੀ, ਇਹਦੇ ਵਿੱਚ ਜਿਹੜਾ ਠੇਕੇਦਾਰੀ ਵਾਲਾ ਸਿਸਟਮ ਆ, ਮੰਡੀਕਰਨ ਖਤਮ ਕਰਨ ਦਾ ਸਿਸਟਮ ਆ, MSP ਜ਼ਬਾਨੀ ਕੀਤਾ ਹੋਇਆ, ਕੱਲ੍ਹ ਨੂੰ ਬੰਦ ਕਰ ਦੇਣਗੇ, ਉਹ ਕਹਿਣਗੇ ਵਪਾਰੀ ਕਹਿਣਗੇ ਅਸੀਂ ਲੈਣਾ ਕੁਛ ਨਹੀਂ। ਸ਼ੇਰਗਿੱਲ ਸਾਹਿਬ, ਜਦੋਂ ਵੀ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਕੁਝ ਚਿਹਰੇ ਇਹੋ ਜਿਹੇ ਨੇ ਜਿਹੜੇ ਸਾਡੇ ਸਾਹਮਣੇ ਆਉਂਦੇ ਹੀ ਰਹਿੰਦੇ ਨੇ, ਤੇ ਕੱਲ੍ਹ ਸਿੱਧੂ ਸਾਹਿਬ ਵੀ ਵਿਧਾਨ ਸਭਾ 'ਚ ਪਹੁੰਚੇ, ਉਹਨਾਂ ਦਾ ਕੀ
ਦੇਖੋ ਜੀ, ਮੈਂ ਪਹਿਲਾਂ ਵੀ ਕਹਿੰਦਾ ਸੀ ਵੀ ਜੇ ਉਹ ਚੁੱਪ ਰਹਿੰਦੇ ਆ ਤਾਂ ਸਾਡੇ ਵਰਗੇ ਉਹਨੂੰ ਟਿਕਣ ਨਹੀਂ ਦਿੰਦੇ, ਤੇ ਜੇ ਉਹ ਵਿਚਾਰੇ ਬੋਲ ਪੈਂਦੇ ਆ ਤਾਂ ਟਿਕਣ ਨਹੀਂ ਦਿੰਦੇ। ਬੋਲ ਵੀ ਇੰਨਾ ਜਾਂਦੇ ਆ ਵੀ ਜਿਹੜੇ ਉਹਨਾਂ ਦੀ ਪਾਰਟੀ ਵਿਚਾਰੀ ਟਿਕਣ ਨਹੀਂ ਦਿੰਦੀ ਉਹਨਾਂ ਨੂੰ। ਤੇ ਜੇ ਹੁਣ ਉਹ ਕਿਤੇ ਆਏ ਨਹੀਂ ਇੰਨੇ ਚਿਰ ਬਾਅਦ, ਜਦੋਂ ਪਿਛਲਾ ਇਜਲਾਸ ਸੱਦਿਆ ਸੀ ਆਰਡੀਨੈਂਸ ਰੱਦ ਕਰਨ ਦਾ, ਉਹ ਤੋਂ ਬਾਅਦ ਹੁਣ ਸ਼ਾਮਲ ਹੋਏ ਆ, ਤਾਂ ਸਾਡੇ ਵੀ ਮੀਡੀਆ ਵਾਲਿਆਂ ਨੇ ਕਹਿ ਦਿੱਤਾ ਦੇਖੋ ਜੀ ਸਿੱਧੂ ਸਾਹਿਬ ਆ ਗਏ, ਵਿਧਾਨ ਸਭਾ 'ਚ ਪਹੁੰਚ ਗਏ, ਪਰ ਮੰਤਰੀਆਂ ਵਾਲੀ ਲਾਈਨ ਛੱਡ ਕੇ ਵਿਧਾਇਕਾਂ 'ਚ ਬੈਠੇ। ਜਦ ਹੈ ਹੀ ਵਿਚਾਰਾ ਵਿਧਾਇਕ ਤੇ ਵਿਧਾਇਕਾਂ 'ਚ ਬੈਠੂਗਾ ਜੀ, ਮੰਤਰੀ ਵਾਲੇ ਲਾਈਨ 'ਚ ਤੁਹਾਨੂੰ ਕਿਹਨੇ ਬਿਠਾਲਣਾ। ਖੈਰ ਚਲੋ, ਅੰਦਰ ਤਾਂ ਕੁਛ ਨਹੀਂ ਬੋਲੇ, ਬਾਹਰ ਵੀ ਕੁਛ ਨਹੀਂ ਬੋਲੇ। ਵੀਡੀਓ ਜ਼ਰੂਰ ਉਹਨਾਂ ਨੇ ਜਾਰੀ ਕਰਤੀ ਬੋਲ ਕੇ, 1 ਘੰਟੇ ਦੀ ਸੀ, ਸ਼ਾਇਦ ਵੱਧ ਹੋਣੀ ਸਮਾਂ, ਪੂਰੀ ਨਹੀਂ ਸੁਣ ਹੋਈ, ਥੋੜ੍ਹੀ ਸੁਣੀ ਆ। ਪਰ ਉਹਦੇ ਵਿੱਚ ਉਹਨਾਂ ਨੇ ਉਹੀ ਗੱਲ ਕਹੀ ਆ ਵੀ ਸਾਨੂੰ ਇਹ ਇਕਜੁੱਟ ਹੋ ਕੇ, ਕਿਸਾਨ ਭਰਾਵੋ ਇਕਜੁੱਟ ਹੋ ਜਾਓ, ਇਹ ਪੰਜਾਬ ਦੇ ਭਵਿੱਖ ਦਾ ਸਵਾਲ ਆ। ਪਰ ਮੈਂ ਸਿੱਧੂ ਸਾਹਿਬ ਨੂੰ ਵੀ ਕਹਾਂਗਾ, ਬਹੁਤ ਹੀ ਸੁਲਝੇ ਹੋਏ ਇਨਸਾਨ ਆ, ਬਹੁਤ ਪੜ੍ਹੇ ਲਿਖੇ ਆ, ਉਹ ਆਪਣੀ ਕੁਛ ਰਣਨੀਤੀ ਦੱਸਣ ਨਾ ਜੀ। ਜੇ ਉਹ ਪੰਜਾਬ ਸਰਕਾਰ ਨੂੰ ਕਦੇ ਨਾ ਕਦੇ ਨਿਸ਼ਾਨੇ ਤੇ ਲੈਂਦੇ ਆ ਕੇਂਦਰ ਦੇ ਬਹਾਨੇ, ਪੰਜਾਬ ਸਰਕਾਰ ਨੂੰ ਕਹਿੰਦੇ ਇੱਦਾਂ ਕਰ ਲਓ ਉੱਦਾਂ ਕਰ ਲਓ, ਆਪਣਾ ਇੱਕ ਲਾਈਨ ਐਕਸ਼ਨ ਦੇਣ ਵੀ ਇੱਦਾਂ ਹੋਣੀ ਚਾਹੀਦੀ ਆ ਤਾਂ ਕਿਸਾਨ ਬਚਦਾ, ਵੀ ਇਹਦੇ ਵਿੱਚ ਆਹ ਕੰਮ ਕਰਦੇ ਹੋ। ਉਹ ਤਾਂ ਸਾਡੇ ਵਾਲਾ ਸਮਾਂ ਪੱਕਾ ਹੋ ਜਾਊਗਾ, ਸਾਡੇ ਵਾਂਗੂ ਦੱਸ ਹੀ ਸਕਦੇ। ਉਹਨਾਂ ਦੀ ਹੁਣ ਸੁਣਨੀ ਤਾਂ ਕਿਸੇ ਨੇ ਨਾ ਸੁਣੇ, ਦੱਸੇ ਤਾਂ ਸਹੀ ਕੁਛ, ਫਿਰ ਆਪਣਾ ਕੁਛ ਨਾ ਕੁਛ ਭਵਿੱਖ ਤੈਅ ਤਾਂ ਕਰੇ। ਨਹੀਂ, ਪਰ ਅਸੀਂ ਇਹ ਗੱਲ ਪਿਛਲੀਆਂ ਪ੍ਰੋਗਰਾਮਾਂ 'ਚ ਵੀ ਕੀਤੀ ਹੈ, ਜਾਂ ਪਿਛਲੇ 2-3 ਸਾਲਾਂ 'ਚ ਅਸੀਂ ਦੇਖਿਆ ਉਹਨਾਂ ਨੇ ਮਾਈਨਿੰਗ ਨੂੰ ਲੈ ਕੇ ਜਾਂ ਸ਼ਰਾਬਬੰਦੀ ਨੂੰ ਲੈ ਕੇ ਮੰਤਰੀ ਮੰਡਲ ਦੇ ਵਿੱਚ ਹੁੰਦਿਆਂ ਵੀ ਗੱਲ ਕੀਤੀ ਸੀ, ਪਰ ਉਹਨਾਂ ਦੀ ਜਿਹੜੀ ਗੱਲ ਸੀ ਨਹੀਂ ਸੁਣੀ। ਪਰ ਹੁਣ ਤਾਂ ਜਦੋਂ ਕਿਸਾਨਾਂ ਦਾ ਮਸਲਾ ਆਉਂਦਾ ਵੀ ਜੇ ਕਿਤੇ ਉਹ ਕਹਿੰਦੇ ਆ ਤਾਂ ਕਿਤੇ ਲੱਗਦਾ ਤਾਂ ਹੈ ਨਾ ਕਿਸਾਨਾਂ ਨੂੰ ਵੀ ਸਾਡੇ ਹੱਕ ਦੀ ਗੱਲ ਕਰਦਾ ਬੰਦਾ ਹੈ। ਸ਼ੇਰਗਿੱਲ ਸਾਹਿਬ, ਸਮਾਂ ਫੇਰ ਬ੍ਰੇਕ ਦਾ ਹੋ ਗਿਆ, ਤੇ ਇੱਕ ਬ੍ਰੇਕ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਹੋਰ ਵਿਚਾਰ ਚਰਚਾ। ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਅਸੀਂ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਸ਼ੇਰਗਿੱਲ ਸਾਹਿਬ ਜੀ, ਆਪਣੇ ਦਰਸ਼ਕਾਂ ਨਾਲ ਅਸੀਂ ਗੱਲਾਂ ਕਰਦੇ ਸੀ ਕਿਸਾਨੀ ਸੰਘਰਸ਼ ਦੀਆਂ, ਪੰਜਾਬ ਦੇ ਸੰਘਰਸ਼ ਦੀਆਂ, ਤੇ ਅਸੀਂ ਗੱਲਬਾਤ ਇੱਥੇ ਪਹੁੰਚੀ ਸੀ ਕਿ ਸਿੱਧੂ ਸਾਹਿਬ ਗੱਲਾਂ ਕਰਦੇ ਨੇ, ਦੱਸਦੇ ਵੀ ਰਹੇ ਆ ਸਮੇਂ-ਸਮੇਂ ਤੇ, ਪਰ ਆਪਾਂ ਕਈ ਵਾਰ ਉਹਨਾਂ ਦੀ ਜਿਹੜੀ ਗੱਲ ਆ ਉਹ ਨਹੀਂ ਸੁਣੀ ਜਾਂਦੀ। ਬਿਲਕੁਲ, ਬਹੁਤ ਲੋਕਾਂ ਨਾਲ ਹੁੰਦਾ, ਇਕੱਲੇ ਸਿੱਧੂ ਸਾਹਿਬ ਨਾਲ ਨਹੀਂ। ਕਈ ਵਾਰ ਜਦੋਂ ਤੁਸੀਂ ਹਾਈ ਕਮਾਨ ਨਾਲ ਆਪਣਾ ਤਾਲਮੇਲ ਨਹੀਂ ਬਿਠਾ ਪਾਉਂਦੇ, ਜਦੋਂ ਅਸੀਂ ਕਹਿੰਦੇ ਇੰਜਣ 'ਚ ਗਰਾਰੀਆਂ ਨਹੀਂ ਫਿੱਟ ਹੁੰਦੀਆਂ, ਤੇ ਉਹ ਟੁੱਟਦੀ ਆ ਗਰਾਰੀ, ਕੋਈ ਨਾ ਕੋਈ ਆਵਾਜ਼ਾਂ ਵੀ ਉਹਦੀਆਂ ਫਿਰ ਇੰਜਣ ਦੀਆਂ ਜਿਹੜੀਆਂ ਬਦਲਦੀਆਂ। ਇੱਦਾਂ ਹੀ ਵੱਖਰੀਆਂ ਆਵਾਜ਼ਾਂ ਕੱਲ੍ਹ ਵੱਖਰੀਆਂ ਸਿਆਸੀ ਪਾਰਟੀਆਂ ਦੀਆਂ ਵੀ ਰਹੀਆਂ ਜੀ। ਕਈ ਵਿਧਾਇਕਾਂ ਦਾ ਤੁਸੀਂ ਦੱਸਿਆ ਵੀ ਆਉਣਾ ਤੇ ਜਾਣਾ ਜਿਹੜਾ ਸੀਗਾ ਉਹ ਵੀ ਕਾਬਲੇ ਜ਼ਿਕਰ ਆ, ਕਿਉਂਕਿ ਬਾਈ ਜਿਹੜਾ ਹੁਣ ਨੇੜੇ ਲੱਗਦਾ। ਬਿਲਕੁਲ, ਅਸੀਂ ਪਹਿਲਾਂ ਵੀ ਗੱਲ ਕਰਦੇ ਰਹਿੰਦੇ ਹਾਂ, ਤੇ ਤੁਸੀਂ ਹੁਣ ਇਹਦੇ ਬਾਰੇ ਜਰਾ ਦੱਸੋ। ਮੈਂ ਉਹੀ ਪਹਿਲਾਂ ਦੱਸਿਆ ਨਾ ਵੀ ਇਹਨਾਂ ਨੂੰ ਪੰਜਾਬ ਦਾ ਸਭ ਤੋਂ ਗੰਭੀਰ ਮਸਲਾ ਨਹੀਂ ਉਹਨਾਂ ਚੇਤੇ 'ਚ ਜਿੰਨਾ ਇਹਨਾਂ ਨੂੰ 2022 ਦੀਆਂ ਚੋਣਾਂ ਚੇਤੇ 'ਚ ਆ ਜੀ। ਹੁਣ ਕੱਲ੍ਹ ਵੀ ਜੇ ਵਿਧਾਨ ਸਭਾ ਦਾ ਇਜਲਾਸ ਦੇਖੀਏ, ਪਹਿਲੇ ਦਿਨ ਵਾਲੇ ਦਿਨ ਉੱਥੇ ਹੁਣ ਜਿਹੜੇ ਸੁਖਪਾਲ ਸਿੰਘ ਖਹਿਰਾ ਦੀ ਪਤਾ ਲੱਗਾ ਵੀ ਉਹ ਆਏ ਤਾਂ ਸੀ ਆਪ ਦੇ ਜਿਹੜੇ ਵਿਧਾਇਕ ਆ ਜਗਦੀਸ਼ ਕਮਾਲੂ ਹੁਣਾਂ ਦੇ ਨਾਲ ਜੀ ਉਹਨਾਂ ਨਾਲ ਆਏ ਸੀਗੇ, ਤੇ ਜਾਣ ਲੱਗੇ ਉਹ ਚੱਲ ਗਿਆ ਜੀ ਅਕਾਲੀ ਦਲ ਡੈਮੋਕ੍ਰੈਟਿਕ ਵਾਲੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਆ, ਪਰਮਿੰਦਰ ਸਿੰਘ ਢੀਂਡਸਾ ਨਾਲ ਜੀ। ਹੁਣ ਜਦੋਂ ਇਸ ਤਰੀਕੇ ਨਾਲ ਕੋਈ ਸਿਆਸੀ ਬੰਦਾ ਇੱਕ ਦੂਜੇ ਨੂੰ ਜੁੜਦਾ ਤਾਂ ਫਿਰ ਉਹਦੇ ਕਈ ਸਵਾਲ, ਕਈ ਤਰ੍ਹਾਂ ਦੇ ਖਿਆਲ ਲੋਕਾਂ ਦੇ ਮਨਾਂ 'ਚ ਆਉਂਦੇ ਆ ਵੀ ਇਹ ਹੁਣ ਕਿੱਧਰ ਜਾ ਰਿਹਾ, ਆਹ ਗੱਲ ਇਹ ਕਿੱਧਰ ਜਾ ਰਹੀ ਆ। ਉਸ ਤੋਂ ਅਗਲੀ ਗੱਲ ਨਵਜੋਤ ਸਿੰਘ ਸਿੱਧੂ ਦੀ ਤੁਸੀਂ ਕੀਤੀ ਗੱਲ, ਉਹ ਵੀ ਪਹਿਲਾਂ ਆਏ ਤਾਂ ਉਹ ਪ੍ਰਗਟ ਸਿੰਘ, ਚਲੋ ਉਹਨਾਂ ਦੇ ਬਹੁਤ ਜ਼ਿਆਦਾ ਕਰੀਬੀ ਦੋਸਤ ਆ ਪਹਿਲਾਂ ਤੋਂ ਹੀ, ਇੱਕੋ ਫੀਲਡ ਦੇ ਆ, ਖੇਡਾਂ ਦੇ ਵਿੱਚ ਹੀ ਆ, ਉਹ ਵੀ ਖੇਡਾਂ 'ਚ ਉਹਨਾਂ ਦੇ ਰਿਹਾਇਸ਼ 'ਤੇ ਵੀ ਗਏ। ਜਾਣ ਲੱਗੇ ਉਹਨਾਂ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣੀ ਸੀਗੇ ਜੀ, ਤੇ ਇਹ ਵੀ ਇੱਕ ਲੱਗਦਾ ਵੀ ਆਏ ਕਿਸੇ ਨਾਲ ਗਏ ਕਿਸੇ ਨਾਲ ਜੀ। ਫਿਰ ਇੱਕ ਹੋਰ ਸੀ ਅਮਰਜੀਤ ਸੰਦੋਆ, ਰੋਪੜ ਤੋਂ MLA ਆਪ ਦੇ, ਉਹ ਪਿਛਲੇ ਸਮੇਂ ਤੋਂ ਆਪ ਤੋਂ ਨਾਰਾਜ਼ ਚੱਲ ਰਹੇ ਸੀ, ਅਸਤੀਫਾ ਵੀ ਦਿੱਤਾ ਸੀ, ਵਾਪਸ ਲੈ ਲਿਆ ਸੀ ਫਿਰ ਮੁੜ ਕੇ ਜੀ। ਉਹਨਾਂ ਨੂੰ ਹੁਣ ਕੱਲ ਪਹਿਲੀ ਵਾਰੀ ਆਪ ਦੇ ਧਰਨਿਆਂ 'ਚ ਬੈਠੇ ਦਿਖੇ ਜੀ। ਹੁਣ ਉਹਨਾਂ ਧਰਨਿਆਂ ਦੇ ਵਿੱਚੋਂ ਜਦੋਂ ਸਿੱਧੂ ਹੁਣੀ ਲੰਘੇ ਆ ਤਾਂ ਉਹਨਾਂ ਨੂੰ ਜੱਫੀ ਪਾ ਕੇ ਵੀ ਗਏ ਆ ਜੀ, ਕੱਲੇ ਆਪ ਦੇ MLA ਨੂੰ ਜੱਫੀ ਪਾ ਕੇ ਗਏ ਆ। ਹੁਣ ਇਹਦੀ ਹੁਣ ਦੇਖੋ ਲੋਕਾਂ ਦੇ ਮਨਾਂ 'ਚ ਕਿਹੋ ਜਿਹੇ ਸਵਾਲ ਆਉਂਦੇ ਆ, ਕੀ ਹੁੰਦਾ ਵੀ ਜਿਹੜੀ ਕਿਸਾਨੀ ਮਸਲਾ ਤਾਂ ਦੇਖੋ ਪਿੱਛੇ ਹੋ ਜਾਂਦਾ ਨਾ, ਜਦੋਂ ਇਹੋ ਜਿਹੀ ਚੀਜ਼ ਨਵੀਂ ਦਿਖਦੀ ਹੈ ਨਾ, ਫਿਰ ਲੋਕੀ ਇਹ ਕਹਿਣ ਲੱਗ ਪੈਂਦੇ ਯਾਰ ਹੁਣ ਸਿੱਧੂ ਅਗਲਾ ਐਕਸ਼ਨ ਕੀ ਹੋਊਗਾ ਜੀ। ਖਹਿਰਾ ਤੁਰਿਆ ਫਿਰਦਾ ਉਹਦਾ ਇਕੱਲਾ, ਉਹਨੂੰ ਖਿੱਚਣ ਦੀ ਕੌਣ ਕੋਸ਼ਿਸ਼ ਕਰ ਰਿਹਾ, ਆਪ ਵਾਲੇ ਇਕੱਲੇ ਤੁਰੇ ਫਿਰਦੇ ਹਾਲੇ, ਉਹਨਾਂ ਨੂੰ ਕੋਈ ਲੱਗਦੀ ਨਹੀਂ ਜ਼ਮੀਨ ਦਿਖਦੀ ਵੀ ਕਿੱਧਰ ਕੀ ਕਰਨਾ ਕਿਵੇਂ ਕਰਨਾ। ਉਹ ਤਿਆਰੀ ਉਹ ਵੀ ਪੂਰੀ ਉਹਨਾਂ ਦੀ, ਸਾਰਾ ਦਿਨ ਸਾਰੀ ਰਾਤ ਉਹ ਵਿਧਾਨ ਸਭਾ ਦੇ ਵਿੱਚ ਹੀ ਰਹੇ ਆ, ਉਹ ਧਰਨੇ 'ਤੇ ਬੈਠੇ ਰਹੇ ਅੰਦਰ, ਫਿਰ ਬਾਹਰ ਗੈਲਰੀ 'ਚ ਬੈਠੇ ਰਹੇ, ਉੱਥੇ ਸੁੱਤੇ, ਰਾਤ ਵੀ ਉੱਥੇ ਸੁੱਤੇ ਆ ਕਿ ਸਾਨੂੰ ਕਾਪੀਆਂ ਨਹੀਂ ਦਿੱਤੀਆਂ। ਉਹ ਵੀ ਆਪੇ ਜੇ ਹੁਣ ਇਹ ਜੱਫੀਆਂ ਪੈ ਰਹੀਆਂ, ਕੋਈ ਕਿਸੇ ਨਾਲ ਗੱਡੀ 'ਚ ਬੈਠ ਰਿਹਾ, ਕੋਈ ਕਿਸੇ ਨਾਲ ਗੱਲ ਕਰ ਰਿਹਾ, ਤੇ ਇਹ ਆਪਣੇ ਆਪ 'ਚ ਇੱਕ ਸਿਆਸੀ ਸਵਾਲ ਜ਼ਰੂਰ ਖੜੇ ਹੁੰਦੇ ਆ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਕੇਸ ਕਰਵਟ ਲਊਗਾ ਜੀ। ਲੋਕਾਂ ਨੂੰ ਹੋਰ ਤੇ ਕੁਝ
ਬੇਸ਼ੱਕ ਨਾ ਹੋਵੇ, ਪਰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਕਿ ਕੌਣ ਕੀ ਕਰ ਰਿਹਾ, ਕਿਉਂਕਿ ਵੋਟ ਉਹਨਾਂ ਨੇ ਹੀ ਦੇਣੀ ਹੈ। ਦੇਖੋ ਉਹੀ ਗੱਲ ਹੈ ਨਾ, ਗੱਲ ਆਉਂਦੀ ਆ ਵੀ ਆਪਣੇ ਗੰਭੀਰ ਮਸਲੇ ਵੱਲ ਧਿਆਨ ਘੱਟ ਹੋ ਕੇ ਆਪਾਂ ਇਹ ਜ਼ਰੂਰ ਦੇਖਣ ਲੱਗ ਪੈਂਦੇ ਆ ਵੀ ਬੰਦਾ ਇੱਧਰ ਚਲੇ ਗਿਆ, ਉਹਦੇ ਨਾਲ ਬਹਿ ਗਿਆ, ਉਹਦੇ ਮਿਲ ਗਿਆ, ਉਹਦੇ ਨਾਲ ਗੱਲ ਕੀਤੀ। ਇਹ ਸਾਰੇ ਮਸਲੇ ਜਿਹੜੇ ਬਹੁਤ ਛੇਤੀ ਧਿਆਨ 'ਚ ਆਉਂਦੇ ਆ, ਜਦ ਕਿ ਇਸ ਵੇਲੇ ਜਿਹੜਾ ਗੰਭੀਰ ਮਸਲਾ ਉਹ ਕਿਸਾਨੀ ਦਾ। ਮੈਂ ਇਹਦੇ ਨਾਲ ਇੱਕ ਗੱਲ ਹੋਰ ਜੋੜਨੀ ਚਾਹੁੰਦਾ ਵੀ ਜੇ ਅੱਜ ਵਿਧਾਨ ਸਭਾ ਦੇ ਵਿੱਚ ਮੰਨ ਲਓ ਪਾਸ ਵੀ ਹੋ ਜਾਂਦਾ ਆ ਕੇਂਦਰ ਦੇ ਖੇਤੀ ਕਾਨੂੰਨ ਰੱਦ ਕਰਨ ਬਾਰੇ ਬਿੱਲ ਪੰਜਾਬ ਦਾ, ਤੇ ਮੈਂ ਥੋੜ੍ਹਾ ਜਿਹਾ ਯਾਦ ਕਰਾਵਾਂ ਪਿੱਛੇ ਜੇ ਜਦੋਂ ਇਹਨਾਂ ਨੇ ਆਰਡੀਨੈਂਸ ਲਿਆਂਦਾ ਸੀਗਾ, ਉਦੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਇਆ ਸੀ, ਜਿਹਦੇ ਵਿੱਚ ਰੌਲਾ ਰੱਪਾ ਪੈ ਕੇ ਵਿਰੋਧੀ ਪਾਰਟੀਆਂ ਸਮੇਤ ਅਕਾਲੀ ਦਲ ਬਾਈਕਾਟ ਕਰ ਗਈਆਂ ਸੀ ਤੇ ਇਹਨਾਂ ਨੇ ਜੋ ਮਤਾ ਪਾਸ ਕਰਤਾ ਸੀ ਆਰਡੀਨੈਂਸ ਦੇ ਖਿਲਾਫ, ਅਸੀਂ ਆਰਡੀਨੈਂਸ ਰੱਦ ਕਰਦੇ ਹਾਂ। ਪਰ ਜੇ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਆਰਡੀਨੈਂਸ ਤੋਂ ਬਾਅਦ ਬਿੱਲ ਵੀ ਬਣ ਗਿਆ ਕੇਂਦਰ ਦਾ, ਬਿੱਲ ਤੋਂ ਬਾਅਦ ਕਾਨੂੰਨ ਵੀ ਬਣ ਗਿਆ, ਰਾਸ਼ਟਰਪਤੀ ਦਾ ਮੋਹਰ ਲੱਗ ਗਈ, ਸਾਰਾ ਕੁਝ ਲਾਗੂ ਵੀ ਹੋ ਗਿਆ ਜੀ। ਉਹ ਚੀਜ਼ ਕਿਤੇ ਇਹ ਤਾਂ ਨਹੀਂ ਹੁੰਦੀ, ਇਹ ਤਾਂ ਹੁਣ ਇਹਨਾਂ ਨੇ ਰੱਦ ਕਰ ਦੇਣਾ। ਤੇ ਜੇ ਹੁਣ ਇਸ ਤਰੀਕੇ ਨਾਲ ਹੋਇਆ ਵੀ ਆਰਡੀਨੈਂਸ ਰੱਦ ਕਰਨ ਦੇ ਬਾਵਜੂਦ ਵੀ ਉਹ ਬਿੱਲ ਪਾਸ ਹੋ ਗਿਆ, ਕਾਨੂੰਨ ਬਣ ਗਿਆ, ਤੇ ਜੇ ਹੁਣ ਇਹ ਵਿਧਾਨ ਸਭਾ 'ਚ ਰੱਦ ਕਰਦੇ ਆ ਤੇ ਇਹਦਾ ਕੀ ਬਣੂਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜੀ। ਇਹ ਗੱਲ ਬਿਲਕੁਲ ਆਉਣ ਵਾਲਾ ਸਮਾਂ ਦੱਸੂਗਾ। ਪਰ ਉਧਰ ਜੰਮੂ ਕਸ਼ਮੀਰ ਦੇ ਵਿੱਚ ਸਮਾਂ ਜਿਹੜਾ ਆ ਕਾਫੀ ਦਿਨਾਂ ਤੋਂ ਰੁਕਿਆ ਹੋਇਆ ਸੀ। ਜੀ ਜੀ ਜੀ। ਪਿਛਲੇ ਸਾਲ ਹੀ ਅਗਸਤ ਤੋਂ ਜਦੋਂ ਇਹਨਾਂ ਨੇ ਧਾਰਾ 370 ਨੂੰ ਤੋੜਿਆ ਸੀ, ਧਾਰਾ ਤਾਂ ਨਹੀਂ ਤੋੜੀ ਸੀ, ਜੰਮੂ ਕਸ਼ਮੀਰ ਹੀ ਤੋੜ ਦਿੱਤਾ ਸੀ। ਤੇ ਉਸ ਤੋਂ ਬਾਅਦ ਬਹੁਤ ਲੰਬੇ ਸਮੇਂ ਤੱਕ ਉੱਥੇ ਜਿਹੜੇ ਵੱਡੇ ਆਗੂ ਸੀ ਉਹ ਵੀ ਨਜ਼ਰਬੰਦ ਰਹੇ ਜਾਂ ਘਰਾਂ 'ਚ ਬੰਦ ਰਹੇ, ਕੁਝ ਜੇਲ੍ਹ 'ਚ ਵੀ ਰਹੇ ਵੱਖਰੇ ਵੱਖਰੇ ਟਾਈਮ ਤੇ ਹੁਣ ਜਦੋਂ ਉਹ ਆਏ ਆ ਬਾਹਰ ਤੇ ਉਹਨਾਂ ਨੇ ਸਰਗਰਮੀਆਂ ਸ਼ੁਰੂ ਕੀਤੀਆਂ ਤੇ ਉਹ ਦੋਨੋਂ ਪਾਸਿਓਂ ਸਰਗਰਮੀਆਂ ਸ਼ੁਰੂ ਹੋ ਗਈਆਂ। ਉਹ ਕੀ ਹੋ ਰਿਹਾ ਜੀ? ਦੇਖੋ ਜੀ, 5 ਅਗਸਤ 2019 ਨੂੰ 370 ਖਤਮ ਕੀਤੀ ਸੀ ਜੰਮੂ ਕਸ਼ਮੀਰ 'ਚ, ਜੋ ਇਹਨਾਂ ਦੇ ਇੱਕ ਮੈਨੀਫੈਸਟੋ ਦੇ ਵਿੱਚ ਵੀ ਸ਼ਾਮਲ ਸੀ ਭਾਜਪਾ ਸਰਕਾਰ ਦੇ, ਬਿਲਕੁਲ ਕੇਂਦਰ ਦੀ, ਔਰ ਉਹਨਾਂ ਨੇ ਉਹ ਪੂਰੀ ਕੀਤੀ ਆ। ਤੋੜ ਕੇ ਉਹਨਾਂ ਨੂੰ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਤਾ, 2 ਹਿੱਸੇ ਬਣਾਤੇ, ਲੱਦਾਖ ਵੱਖਰਾ ਕਰਤਾ, ਜੰਮੂ ਕਸ਼ਮੀਰ ਵੱਖਰਾ ਕਰਤਾ। ਉਸ ਦੌਰਾਨ ਵਿਰੋਧ ਦੇ ਡਰ ਤੋਂ ਜਿੰਨੇ ਉੱਥੇ ਵੱਡੇ ਲੀਡਰ ਸੀਗੇ ਉਹਨਾਂ ਸਾਰਿਆਂ ਨੂੰ PSA ਐਕਟ ਹੁੰਦਾ ਹੈ, ਇੱਕ ਪਬਲਿਕ ਸਿਕਿਉਰਿਟੀ ਐਕਟ ਜੀ, ਜਿਹਦੀ ਕਿ ਛੇਤੀ ਕਿਤੇ ਜ਼ਮਾਨਤ ਨਹੀਂ ਹੁੰਦੀ, ਉਸ ਤਹਿਤ ਇਹਨਾਂ ਨੇ 3-3 ਮਹੀਨੇ ਅੰਦਰ ਦੇ ਦਿੱਤੇ ਸਾਰੇ। 3-3 ਮਹੀਨਿਆਂ ਬਾਅਦ ਉਹਦੀ ਮਿਆਦ ਵਧਾਉਂਦੇ ਰਹੇ, ਹੋਰ 3 ਮਹੀਨੇ, ਹੋਰ 3 ਮਹੀਨੇ। ਫਾਰੂਕ ਅਬਦੁੱਲਾ ਸਾਹਿਬ ਹੋ ਗਏ, ਉਹਨਾਂ ਦਾ ਬੇਟਾ ਉਮਰ ਅਬਦੁੱਲਾ ਹੋ ਗਿਆ, ਮਹਿਬੂਬਾ ਮੁਫਤੀ ਹੋ ਗਈ, ਸੱਜਾਦ ਲੋਨ, ਜਿੰਨੇ ਵੀ ਉਹਨਾਂ ਦੇ। ਹਾਲਾਂਕਿ ਸੱਜਾਦ ਲੋਨ ਦੇ ਨਾਲ ਇਹਨਾਂ ਨੇ ਭਾਜਪਾ ਸਰਕਾਰ ਬਣਾ ਚੁੱਕੀ ਆ, PDP ਦੇ ਨਾਲ ਸਰਕਾਰ ਬਣਾ ਚੁੱਕੀ ਆ। ਤੇ ਜੇ ਉਹ ਸਰਕਾਰ ਬਣਾਉਣ ਵੇਲੇ ਉਹ ਵੱਖਵਾਦੀ ਨਹੀਂ ਸੀ ਤੇ ਹੁਣ ਜਦੋਂ 370 ਧਾਰਾ ਤੋੜ ਕੇ ਉਹਨਾਂ ਨੂੰ ਅੰਦਰ ਨਜ਼ਰਬੰਦ ਕਰ ਰਹੇ ਆ, ਹਿਰਾਸਤ 'ਚ ਰੱਖਿਆ ਜਾ ਰਿਹਾ, ਤੇ ਉਦੋਂ ਉਹ ਵੱਖਵਾਦੀ ਹੋ ਗਏ ਜੀ। ਜੇ 370 ਧਾਰਾ ਤੋੜਨੀ ਸੀ ਇਹਨਾਂ ਨੇ, ਘੱਟੋ ਘੱਟ ਉੱਥੋਂ ਦੇ ਜਿਹੜੇ ਵਸਿੰਦੇ ਆ ਜਾਂ ਉੱਥੋਂ ਦੀਆਂ ਸਿਆਸੀ ਪਾਰਟੀਆਂ, ਉਹਨਾਂ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਸੀਗੀ, ਉਹਨਾਂ ਨਾਲ ਮਸ਼ਵਰਾ ਜ਼ਰੂਰ ਕਰਨਾ ਚਾਹੀਦਾ ਸੀਗਾ। ਖੈਰ ਉਹ ਸਮਾਂ ਲੰਘ ਗਿਆ, 7 ਮਹੀਨੇ ਫਾਰੂਕ ਅਬਦੁੱਲਾ ਸਾਹਿਬ ਰਹੇ ਆ, 80 ਸਾਲ ਤੋਂ ਉੱਪਰ ਉਮਰ ਆ ਜੀ। ਉਹ ਹੁਣ ਇਹਨਾਂ ਦੀ ਨੈਸ਼ਨਲ ਸਿਕਿਉਰਿਟੀ ਨੂੰ ਕਿਵੇਂ ਖਤਰਾ ਹੋ ਸਕਦਾ, ਇਹ ਤਾਂ ਹੁਣ ਕੇਂਦਰੀ ਦੱਸ ਸਕਦਾ ਜੀ। 80 ਸਾਲ ਤੋਂ ਉਮਰ ਬਜ਼ੁਰਗ ਬੰਦਾ, ਖੈਰ ਚਲੋ ਉਹਨਾਂ ਦੀ ਸਿਆਸੀ ਸੋਚ ਆ। ਤੇ ਅਗਲੀ ਜਿਹੜੇ ਮਹਿਬੂਬਾ ਮੁਫਤੀ ਆ, ਉਹਨਾਂ ਨੂੰ ਤਾਂ 14-15 ਮਹੀਨਿਆਂ ਬਾਅਦ ਹਾਲ ਦੇ ਵਿੱਚ ਹੀ ਰਿਹਾ ਕੀਤਾ, ਪਰ ਉਹਨਾਂ ਨੇ ਰਿਹਾ ਹੁੰਦਿਆਂ ਸਾਰੇ ਕੇਂਦਰ ਦੇ ਖਿਲਾਫ ਮੁੜ ਕੇ ਡਟਣ ਦਾ ਫੈਸਲਾ ਕਰ ਲਿਆ ਜੀ, ਵੀ ਅਸੀਂ ਉਹ ਜਿਹੜਾ 370 ਦਾ ਵਿਸ਼ੇਸ਼ ਦਰਜਾ ਜਿਹੜਾ ਜੰਮੂ ਕਸ਼ਮੀਰ ਨੂੰ ਸੀਗਾ, ਜਿਹੜਾ ਕੇਂਦਰ ਨੇ ਖਤਮ ਕਰਤਾ, ਇਹ ਹੁਣ ਫਿਰ ਬਹਾਲ ਕਰਨਾ ਆ। ਉਹਦੇ ਵਿੱਚ ਕਾਫੀ ਪਾਰਟੀਆਂ ਫਾਰੂਕ ਅਬਦੁੱਲਾ ਦੇ ਸੱਦੇ ਤੇ ਉਹਨਾਂ ਦੇ ਘਰ ਇਕੱਠੀਆਂ ਹੋਈਆਂ ਸੀਗੀਆਂ। ਉੱਥੇ ਇੱਕ ਪੀਪਲਸ ਅਲਾਇੰਸ ਗੱਠਜੋੜ ਬਣਾਤਾ ਜੀ। ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕੇਂਦਰ ਨੂੰ ਇਹਦਾ ਟੱਕਰ ਦੇਣ ਦੀ ਉਹਨਾਂ ਨੇ ਰਣਨੀਤੀ ਤਿਆਰ ਕੀਤੀ, ਵੀ ਅਸੀਂ ਇਹਨੂੰ 370 ਬਹਾਲ ਕਰਨਾ। ਉਹਦੇ ਵਿੱਚ ਮੁਫਤੀ ਮਹਿਬੂਬਾ ਮੁਫਤੀ ਤੋਂ ਲੈ ਕੇ ਸੱਜਾਦ ਲੋਨ ਤੇ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਸੀ ਜਿਹੜੀਆਂ ਇਕੱਠੀਆਂ ਹੋ ਕੇ ਉੱਥੇ ਆਈਆਂ ਸੀਗੀਆਂ। ਆਵਾਮੀ ਨੈਸ਼ਨਲ ਕਾਂਗਰਸ ਵੀ, ਕਾਂਗਰਸ ਪਾਰਟੀ ਖੁਦ ਸੀ ਜਿਹੜੀ ਉੱਥੋਂ ਦੀ, ਉਹ ਵੀ ਉਹ 'ਚ ਸ਼ਾਮਲ ਸੀਗੀ ਜੀ। ਸੋ ਇਹਨਾਂ ਨੇ ਇਹ ਜਿਹੜੀ 370 ਕਿਤੇ ਨੇ ਜਿਹੜੀ ਤੋੜੀ ਆ, ਉਹ ਉੱਥੋਂ ਦੀਆਂ ਪਾਰਟੀਆਂ ਨੂੰ ਲੱਗਦਾ ਵੀ ਸਾਡੇ ਕੋਲੋਂ ਇਹਨਾਂ ਨੇ ਜਿਹੜਾ ਵਿਸ਼ੇਸ਼ ਦਰਜਾ ਖੋਹ ਲਿਆ ਆ ਜੀ, ਬਈ ਇਹ ਆਪਣਾ ਉੱਥੇ ਰਾਜ ਥੋਪਣਾ ਚਾਹੁੰਦੇ ਆ। ਪਰ ਹੁਣ ਸਮਾਂ ਵੀ 1 ਸਾਲ ਤੋਂ ਉੱਤੇ ਹੋ ਗਿਆ। ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਸ ਬਹਾਲੀ ਨੂੰ ਲੈ ਕੇ ਕਿਸ ਤਰ੍ਹਾਂ ਤਰੀਕੇ ਦੀ ਰਣਨੀਤੀ ਅਪਣਾਉਂਦੇ ਆ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਉੱਥੇ ਜਿਹੜਾ ਅੱਤਵਾਦ ਦਾ ਦੌਰ ਆ, ਉਹ ਜੇ ਆਪਾਂ ਸਰਕਾਰ ਦੇ ਤੌਰ ਤੇ ਦੇਖੀਏ ਤਾਂ ਕਾਫੀ ਹੱਦ ਤੱਕ ਉਹ ਕਹਿੰਦੇ ਅਸੀਂ ਕਮਜ਼ੋਰ ਕਰ ਦਿੱਤਾ ਹੈ ਜੀ। ਥੋੜ੍ਹੇ ਦਿਨ ਪਹਿਲਾਂ ਹੀ ਇੱਕ ਫੌਜੀ ਜਵਾਨ ਨੂੰ ਦੇਖਿਆ, ਕਿਸੇ ਅੱਤਵਾਦੀ ਨੂੰ, ਉਹਨੂੰ ਤਿਆਰ ਕਰਤਾ ਸਰੈਂਡਰ ਕਰਨ ਲਈ, ਔਰ ਉਹਦੇ ਮਾਪਿਆਂ ਨੇ ਬਹੁਤ ਤਰਲੇ ਕੀਤੇ। ਠੀਕ ਹੈ, ਉਹ ਗੁੰਮਰਾਹ ਹੋਏ ਹੁੰਦੇ, ਹੈ ਤਾਂ ਗੁੰਮਰਾਹ ਹੀ ਹੋਇਆ ਨਾ, ਉਹਨਾਂ ਦਾ ਫਾਇਦਾ ਕੋਈ ਲੋਕ ਉਠਾ ਰਹੇ ਆ। ਜੇ ਉੱਥੇ ਇਸ ਤਰੀਕੇ ਨਾਲ ਨਾ ਗੁੰਮਰਾਹ ਹੋਣ ਤੋਂ ਬਚਾਇਆ ਜਾਵੇ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ। ਮੈਂ ਹੋਰ ਵੀ ਉੱਥੇ ਗੱਲ ਸੁਣੀ ਆ, ਜਿਹੜੀਆਂ ਉੱਥੇ ਕੁੜੀਆਂ, ਕਸ਼ਮੀਰੀ ਕੁੜੀਆਂ ਜਿਹੜੀਆਂ ਕਿਸੇ ਸਮੇਂ ਫੌਜ ਔਰ ਪੁਲਿਸ ਤੇ ਪੱਥਰਬਾਜ਼ੀ ਕਰਦੀਆਂ ਸੀਗੀਆਂ, 2017 ਔਰ 18 ਦੀ ਗੱਲ ਕਰੀਏ ਤਾਂ ਕਾਫੀ ਪੱਥਰਬਾਜ਼ੀ ਦੀ ਘਟਨਾ ਹੋਈਆਂ ਸੀ ਉੱਥੇ, ਬਹੁਤ ਪੱਥਰਬਾਜ਼ੀ। ਹਰੇਕ ਸਟੂਡੈਂਟ, ਹਰੇਕ ਚਾਹੇ ਲੜਕੀ ਆ ਚਾਹੇ ਲੜਕਾ ਆ, ਉਹ ਮੋਹਰੇ ਆ ਕੇ ਪੱਥਰ ਮਾਰਦੇ ਸੀ। ਉਹਨਾਂ ਦੇ ਵਿੱਚ ਕੁੜੀਆਂ ਜਿਹੜੀਆਂ ਸੀ ਮੋਹਰੇ ਹੋਈਆਂ, ਉਹ ਇਸ ਵੇਲੇ ਉਹਨਾਂ ਦਾ ਰੁਝਾਨ ਫੁੱਟਬਾਲ ਦੇ ਖੇਡਣ ਦੇ ਵਿੱਚ ਹੋ ਗਿਆ ਜੀ। 2017 ਦੀ ਇੱਕ ਬਹੁਤ ਚਰਚਿਤ ਚਿਹਰਾ ਸੀ ਉੱਥੇ ਲੜਕੀ ਦਾ,
ਅਸ਼ਫਾਕ ਸ਼ਾਇਦ ਉਹਦਾ ਲੜਕੀ ਦਾ ਨਾਂ ਸੀ, ਮੇਰੇ ਜਿੱਥੋਂ ਤੱਕ ਮੈਨੂੰ ਯਾਦ ਆ। ਤੇ ਉਹ ਹੁਣ ਇਸ ਵੇਲੇ ਫੁੱਟਬਾਲ ਦੀ ਕੋਚ ਬਣ ਗਈ ਆ। ਅੱਛਾ ਜੀ। ਉੱਥੇ ਅਕੈਡਮੀ ਖੋਲ੍ਹੀ ਗਈ ਫੁੱਟਬਾਲ ਦੀ ਔਰ ਉਹ ਟ੍ਰੇਨਿੰਗ ਦੇ ਰਹੀ ਆ। 45-46 ਕੁੜੀਆਂ ਉਹਨਾਂ ਦੇ ਕੋਲ ਟ੍ਰੇਨਿੰਗ ਲੈ ਰਹੀਆਂ। ਮਤਲਬ ਉਹਨਾਂ ਦੇ ਜ਼ਿਹਨ ਦੇ ਵਿੱਚ ਵੀ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਆਉਂਦਾ ਨਾ ਪਿਆ ਅਸੀਂ ਵੀ ਇਹ ਜਿਹੜਾ ਕੰਮ ਆ ਭੰਨਤੋੜ ਵਾਲਾ ਜਾਂ ਕੁਝ ਵੱਖਰੇ ਮੈਂ ਚੱਲਣ ਵਾਲਾ, ਇਹਨੂੰ ਛੱਡ ਕੇ ਤਾਂ ਆਪਾਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਏ। ਲੋਕ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਆ। ਬਿਲਕੁਲ। ਜਿਹੜਾ ਹੁਣ ਮੁੜ ਕੇ ਵਾਪਸ ਆਉਣਾ ਇਹਨਾਂ ਲੜਕੀਆਂ ਦਾ, ਮੈਂ ਪੜ੍ਹਿਆ ਸੀ ਇੱਕ ਥਾਂ ਤੇ ਵੀ ਕਾਫੀ ਹੱਦ ਤੱਕ ਲੜਕੀਆਂ ਜਿਹੜੀਆਂ ਉਹ ਨੈਸ਼ਨਲ ਟੀਮ ਦੇ ਵਿੱਚ ਖੇਡ ਕੇ ਦੇਸ਼ ਦਾ ਨਾਂ ਰੋਸ਼ਨ ਕਰਨਾ ਚਾਹੁੰਦੀਆਂ। ਜੀ। ਪੁਲਿਸ ਦੀ ਭਰਤੀ ਜੇ ਹੋਈ ਦੇਖੀ ਜਾਵੇ ਉੱਥੇ ਤਾਂ ਵੀ ਉਹਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਭਰਤੀ ਹੁੰਦੇ ਆ। ਫੌਜ ਦੀ ਭਰਤੀ ਹੋਵੇ ਤਾਂ ਵੀ ਬਹੁਤ ਵੱਡੀ ਗੱਡੀ 'ਚ ਭਰਤੀ ਹੁੰਦੇ ਆ। ਤੇ ਕਾਫੀ ਹੱਦ ਤੱਕ ਇਹਨਾਂ ਨੇ ਉੱਥੋਂ ਮੋੜਾ ਪਾ ਲਿਆ ਲੱਗਦਾ ਹੈ, ਪਰ ਫਿਰ ਵੀ ਗੁਆਂਢੀ ਦੇਸ਼ ਆ ਉਹ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ, ਕਰਦਾ ਰਹਿੰਦਾ। ਗੱਲਾਂ ਅਸੀਂ ਕਰਦੇ ਸੀ ਕਿ ਲੋਕ ਜਾਂ ਜਿਹੜੇ ਨੌਜਵਾਨ ਆ, ਜਿਹੜੇ ਉੱਥੇ ਦੀ ਅਗਲੀ ਪੀੜ੍ਹੀ ਆ, ਉਹ ਖੇਡਣਾ ਚਾਹੁੰਦੀ ਆ ਤੇ ਉਹਦੇ ਨਾਲ ਹੀ ਜਿਹੜੇ ਉਹਨਾਂ ਨੂੰ ਖਿਲਾਉਣ ਵਾਲੇ ਆ, ਉਹ BCCI ਦੇ ਜਿਹੜੇ ਸੀਗੇ ਕ੍ਰਿਕਟ ਬੋਰਡ ਦੇ ਪ੍ਰਧਾਨ, ਉੱਥੇ ਉਹਨਾਂ ਨੂੰ ED ਪੁੱਛ ਰਹੀ ਆ ਵੀ ਤੁਸੀਂ ਪਿਛਲੇ 10-11 ਸਾਲ ਜਦੋਂ ਪ੍ਰਧਾਨ ਰਹੇ ਆ ਤੇ ਤੁਸੀਂ ਉਹ ਕੀਤਾ ਕੀ ਆ। ਬਿਲਕੁਲ। ਤੇ ਇਹ ਤਾਂ ਫਿਰ ਗੱਲ ਉਹੀ ਹੋ ਗਈ ਨਾ ਵੀ ਉਹ ਹੁਣ ਜਦੋਂ ਖੜੇ ਹੋਏ ਆ ਤੁਹਾਡੇ ਮੂਹਰੇ ਟਾਕਰਾ ਕਰਨ ਲਈ, ਰਣਨੀਤੀ ਬਣਾਉਣ ਲੱਗੇ ਆ, ਇੰਨੇ ਚਿਰ ਤੁਸੀਂ ਉਹਨੂੰ ਹਿੱਲਣ ਨਹੀਂ ਦਿੱਤਾ, ਘਰੋਂ ਬਾਹਰ ਨਹੀਂ ਨਿਕਲਣ ਦਿੱਤਾ, ਤੇ ਜਦੋਂ ਹੁਣ ਨਿਕਲੇ ਹੀ ਆ ਤਾਂ ਉਹਨਾਂ ਨੂੰ ਇੱਕ ਨਵੇਂ ਸ਼ਿਕੰਜੇ 'ਚ ਫਸਾਤਾ। ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਆ ਫਾਰੂਕ ਅਬਦੁੱਲਾ ਸਾਹਿਬ, 2015 ਦੀ ਗੱਲ ਆ। ਉੱਥੇ ਜਿਹੜੇ ਫੰਡ ਸੀਗੇ ਉਹ ਫੰਡਾਂ ਦੇ ਵਿੱਚ ਘੁਟਾਲੇ ਦਾ ਮਾਮਲਾ ਸਾਹਮਣੇ ਲਿਆਂਦਾ ਆ। ED ਜਿਹੜੀ ਸੈਂਟਰ ਦੀ ਆ ਉਹਨੇ ਉਹਦੇ ਨਾਲ ਘੱਟੋ ਘੱਟ 5-6 ਘੰਟੇ ਲਗਾਤਾਰ ਪੁੱਛਗਿੱਛ ਕੀਤੀ ਆ, ਜਿਹਦੇ ਬਾਰੇ ਦੋਸ਼ ਉਹਨਾਂ ਨੇ ਲਾਇਆ ਵੀ ਅਸੀਂ ਇਹ ਜਿਹੜਾ ਪੀਪਲਸ ਗੱਠਜੋੜ ਬਣਾਇਆ 370 ਦੀ ਬਹਾਲੀ ਲਈ, ਉਹਨੂੰ ਇਹਨਾਂ ਨੂੰ ਖਤਮ ਕਰਨ ਲਈ ਇਹ ਨਵੀਂ ਚਾਲ ਚੱਲੀ ਹੈ ਕੇਂਦਰ ਨੇ। ਇਹ ਤਾਂ ਸਾਡੇ ਮੁਲਕ ਦਾ ਪੱਕਾ ਹੀ ਨਿਜ਼ਾਮ ਆ ਨਾ ਜੀ। ਇਹ ਹੈ ਹੀ ਬਿਲਕੁਲ ਨਿਜ਼ਾਮ ਪੱਕਾ ਹੁੰਦਾ। ਜਦੋਂ ਪੁਲਿਸ ਵੀ ਕੋਈ ਅੱਖ ਦਿਖਾਵੇ ਜੀ ਤੇ ਉਹਨੂੰ ਜਦੋਂ ਤੁਸੀਂ ਕੋਈ ਇਨਵੈਸਟੀਗੇਸ਼ਨ ਏਜੰਸੀਆਂ ਪੁੱਛਦੀਆਂ ਤੇ ਉਹਨਾਂ ਦਾ ਰਟਾਇਆ ਬਿਆਨ ਹੁੰਦਾ ਕਿ ਅਸੀਂ ਸਰਕਾਰ ਦੇ ਖਿਲਾਫ ਬੋਲੇ ਸੀ ਤੇ ਸਾਡੇ ਤੇ ਦੋਸ਼ ਲਾ ਦਿੱਤੇ। ਬਿਲਕੁਲ ਹੈ ਤਾਂ ਖਿਲਾਫ ਹੀ ਗਏ ਸੀ, ਕਿਉਂਕਿ ਹੁਣ ਜਦੋਂ ਐਡਾ ਵੱਡਾ ਗੱਠਜੋੜ ਬਣਾ ਲੈਣਾ ਤੁਰ ਪੈਣਾ ਉਸ ਲਾਈਨ ਤੇ, ਉਹ ਕਹਿੰਦੇ ਯਾਰ ਇੰਨਾ ਚਿਰ ਤਾਂ ਅੰਦਰ ਰੱਖੇ ਸੀਗੇ, ਜੇ ਕੱਢੇ ਬਾਹਰ ਤਾਂ ਫੇਰ ਸਾਡੇ ਖਿਲਾਫ ਹੋ ਗਏ ਆ ਜੀ। ਹੁਣ ਕਿਸੇ ਤਰੀਕੇ ਨਾਲ ਤਾਂ ਉਹਨਾਂ ਨੂੰ ਦਬਾਉਣਾ ਮੈਂ ਇਹਨਾਂ ਦਾ ਕੇਂਦਰ ਸਰਕਾਰ ਦਾ ਆਪਣਾ ਬਣਦਾ ਹੀ ਆ ਨਾ ਵੀ ਚਾਹੇ ਕਿਸੇ ਤਰੀਕੇ ਨਾਲ ਵੀ ਹੋਵੇ, ਪਰ ਹਾਲ ਦੀ ਘੜੀ ED ਲਾਤੀ ਆ, ਕੱਲ੍ਹ ਨੂੰ ਕੁਝ ਹੋਰ ਲਾ ਦੇਣਗੇ। ਪਰ ਤੁਹਾਨੂੰ ਯਾਦ ਹੋਊਗਾ ਜਦੋਂ ਪਿਛਲੀ ਸਰਕਾਰ ਸੀਗੀ UPA ਦੀ, ਕਾਂਗਰਸ ਦੀ, ਉਹਦੇ ਵਿੱਚ ਵੀ ਜਦੋਂ ਕੋਈ ਗੱਠਜੋੜ ਵਾਲਾ ਭਾਈਵਾਲ ਮਾੜੀ ਜੀ ਵੀ ਅੱਖ ਦਿਖਾਲਦਾ ਸੀਗਾ ਤੇ ਉਹਨੂੰ ਨਾਲ ਹੀ ਕਦੇ CBI ਦਾ ਨੋਟਿਸ, ਕਦੇ ED ਦਾ ਨੋਟਿਸ। ਇਹ ਇਹਨਾਂ ਦੇ ਇੱਕ ਹਥਿਆਰ ਹੁੰਦੇ ਆ ਸਰਕਾਰ ਦੇ ਕੋਲ ਵੀ ਹਰੇਕ ਬੰਦੇ ਨੂੰ ਡਰਾ ਕੇ ਕਿਵੇਂ ਰੱਖਣਾ, ਔਰ ਉਹਦੀ ਕਈ ਵਾਰੀ ਉਹਦੀ ਵਰਤੋਂ ਚੰਗੀ ਤਰ੍ਹਾਂ ਵੀ ਕਰ ਲੈਂਦੇ, ਕਈ ਵਾਰੀ ਉਹਦੀ ਗਲਤ ਵਰਤੋਂ ਵੀ ਕੀਤੀ ਜਾਂਦੀ ਹੈ। ਸ਼ੇਰਗਿੱਲ ਸਾਹਿਬ, ਪ੍ਰੋਗਰਾਮ ਦੇ ਵਿੱਚ ਅਸੀਂ ਕਾਫੀ ਗੱਲਾਂ ਕੀਤੀਆਂ ਤੇ ਕੁਝ ਹੋਰ ਵੀ ਗੱਲਾਂ ਕਰਨੀਆਂ ਨੇ। ਇੱਕ ਚੀਨ ਦਾ ਫੌਜੀ ਸਾਡੀ ਸਰਹੱਦ 'ਚ ਆਇਆ ਤੇ ਪੰਜਾਬ ਦੇ ਕੁਝ ਟਰਾਂਸਪੋਰਟਰਾਂ ਦੀ ਕੁਝ ਗੱਲ ਆ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ, ਕੁਝ ਹੋਰ ਵਿਚਾਰ ਚਰਚਾ ਕਰਦੇ ਹਾਂ। ਵਾਪਸੀ ਕਰਦੇ ਹਾਂ ਜੀ ਇੱਕ ਵਾਰ ਫਿਰ ਪ੍ਰੋਗਰਾਮ ਵਿਚਾਰ ਚਰਚਾ 'ਚ। ਅਸੀਂ ਕਾਫੀ ਗੱਲਾਂ ਕਰ ਲਈਆਂ ਤੇ ਗੱਲਾਂ ਹੋਰ ਵੀ ਕਈ ਰਹਿੰਦੀਆਂ, ਪਰ ਕੱਲ੍ਹ ਦੀ ਇੱਕ ਘਟਨਾ ਆ ਜਿਹਨੇ ਫਿਰ ਸਾਨੂੰ ਕਿਤੇ ਨਾ ਕਿਤੇ ਸੋਚਣ 'ਤੇ ਮਜਬੂਰ ਕੀਤਾ ਕਿ ਸਾਡੇ ਜਿਹੜੇ ਧਾਰਮਿਕ ਹਿੱਤ ਆ ਜਾਂ ਸਾਡੀ ਜਿਹੜੇ ਧਾਰਮਿਕ ਜਿਹੜੀਆਂ ਸਾਡੀਆਂ ਭਾਵਨਾਵਾਂ ਆ ਉਹ ਕਿਵੇਂ ਜਿਹੀਆਂ ਆ ਤੇ ਕਿਹੋ ਜਿਹੇ ਅਸੀਂ ਕੰਮ ਕਰਦੇ ਹਾਂ। ਅਮਰੀਕਾ ਦੇ ਗੁਰਦੁਆਰੇ ਦੀ ਆਪਾਂ ਗੱਲ ਕਰਦੇ ਸੀ, ਉਹ ਫਿਰ ਉੱਥੇ ਦੋ ਧੜਿਆਂ ਦੀ ਲੜਾਈ ਹੋਈ ਆ। ਇੱਥੇ ਤਾਂ ਸਾਡੇ ਤੇ ਹੁੰਦੀ ਰਹਿੰਦੀ ਆ, ਪਰ ਬਾਹਰਲੇ ਮੁਲਕਾਂ 'ਚ ਵੀ ਜਾ ਕੇ ਅਸੀਂ ਇਹੋ ਜਿਹੜੀ ਗੱਲ ਆ, ਆਪਣੀ ਜਿਹੜੀ ਸੁਧਾਰ ਆ ਉਹਦੇ 'ਚ, ਆਪਣੇ ਉਹਦੇ ਵਿੱਚ ਸ਼ਖਸੀਅਤ ਦੇ ਵਿੱਚ ਜਾਂ ਆਪਣੀ ਸੋਚ ਦੇ ਵਿੱਚ ਕੀਤਾ ਨਹੀਂ। ਜੀ ਬਿਲਕੁਲ। ਮੈਂ ਇਹ ਦੱਸਣਾ ਚਾਹੂੰਗਾ ਜੀ, ਇਹ ਅਮਰੀਕਾ ਦੇ ਵਾਸ਼ਿੰਗਟਨ ਸਟੇਟ ਦਾ ਸਿਆਟਲ ਸ਼ਹਿਰ ਆ, ਜਿੱਥੋਂ ਦਾ ਬਹੁਤ ਵੱਡਾ ਗੁਰਦੁਆਰਾ ਸਿੰਘ ਸਭਾ ਰੈਂਟਨ, ਇੱਥੇ ਇਹ ਲੜਾਈ ਹੋਈ ਆ ਜੀ। ਪੱਗਾਂ ਤੱਕ ਲੱਥ ਗਈਆਂ, ਕੁਰਬਾਨਾਂ ਚਲੀਆਂ। ਕਹਿਣ ਤੋਂ ਭਾਵ ਹੈ ਵੀ ਦੋ ਧੜਿਆਂ ਦੇ ਵਿੱਚ ਇਹੋ ਜਿਹੀ ਤਕਰਾਰਬਾਜ਼ੀ, ਬਹਿਸਬਾਜ਼ੀ ਹੋਈ ਬਈ ਉਹ ਖੂਨੋ ਖੂਨ ਤੇ ਚੱਲ ਗਈ ਜੀ। ਪਰ ਜੇ ਆਪਾਂ ਗੱਲ ਕਰੀਏ ਸਿੱਖੀ ਭਾਵਨਾਵਾਂ ਦੀ, ਤੇ ਆਪਾਂ ਜੇ ਇੱਥੇ ਕਿਸੇ ਦੀ ਪੱਗ ਲਿਥ ਜਾਏ ਜਾਂ ਬੰਗਾਲ ਦੇ ਵਿੱਚ ਪੱਗ ਲਿਥ ਜਾ ਕਿਸੇ ਦੀ, ਅਸੀਂ ਗੱਲ ਕੀਤੀ ਸੀ, ਉਹ ਗੱਲ ਚੱਲਦੀ ਸੀ ਨਾ ਵੀ ਉਹ ਇੱਕ ਸਿਕਿਉਰਿਟੀ ਗਾਰਡ ਸੀ, ਉਹਦੀ ਪੱਗ ਲਿਥ ਗਈ ਸੀਗੀ ਜੀ। ਪਰ ਉਸ ਮਸਲੇ ਨੂੰ ਲੈ ਕੇ ਆਪਾਂ ਕਿੰਨਾ ਰੌਲਾ ਪਾ ਦਿੰਦੇ ਆ, ਕਿੱਥੋਂ ਤੱਕ ਜਾਂਦੇ ਆ। ਮੈਂ ਉਹੀ ਗੱਲ ਕਰਦਾ ਸੀ ਕਿ ਜਦੋਂ ਕੋਈ ਲਾਵੇ ਫਿਰ ਤੇ ਅਸੀਂ ਬੜੇ ਪਰੇਸ਼ਾਨ ਆ। ਉਹੀ ਗੱਲ ਹੈ, ਜਦੋਂ ਹੁਣ ਆਪਣੇ ਆਪ ਲਿਥਦੀ ਆ ਉੱਥੇ, ਉਹ ਵੀ ਗੁਰਦੁਆਰੇ ਦੇ ਸਾਹਿਬ ਦੇ ਅੰਦਰ, ਤੇ ਵੀ ਇਹ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ ਹੈ ਸਿੱਖ ਭਾਈਚਾਰੇ ਲਈ, ਔਰ ਉਹ ਵੀ ਵਿਦੇਸ਼ਾਂ ਦੇ ਵਿੱਚ। ਇਹ ਨਵੀਂ ਗੱਲ ਨਹੀਂ ਹੈਗੀ। ਆਪਾਂ ਜੇ ਦੇਖਿਆ ਜਾਵੇ ਪਿੱਛੇ ਕੁਝ ਸਮੇਂ ਦੇ ਵਿੱਚ ਉੱਥੇ ਗੁਰਦੁਆਰੇ ਜਿਹੜੇ ਆ ਆਮ ਕਰਕੇ ਸਿਰਫ ਮੱਥਾ ਟੇਕਣ ਲਈ ਨਹੀਂ ਹੈਗੇ, ਉੱਥੇ ਇੱਕ ਭਾਈਚਾਰਕ ਕਮਿਊਨਿਟੀ ਸੈਂਟਰ ਵੀ ਉਹਨੂੰ ਕਹਿੰਦੇ ਆਪਾਂ। ਉੱਥੇ ਲੋਕ ਇਕੱਠੇ ਹੁੰਦੇ, ਇੱਕ ਦੂਜੇ ਦੇ ਦੁੱਖ ਸੁੱਖ ਸ਼ਰੀਕ ਹੁੰਦੇ ਆ, ਧਾਰਮਿਕ ਪ੍ਰੋਗਰਾਮ ਵੀ ਕਰਦੇ ਆ, ਹੋਰ ਵੀ ਕਈ ਤਰ੍ਹਾਂ ਦਾ ਇਕੱਠ ਹੁੰਦਾ। ਪਰ ਜਦੋਂ ਇਹੋ ਜਿਹੀ ਘਟਨਾ ਵਾਪਰਦੀ ਆ ਤੇ ਉੱਥੇ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਪਰ ਪੁਲਿਸ ਦਾ ਜਿਹੜਾ ਆ ਜਾਣਾ, ਇਹ ਇਸ ਤੋਂ ਵੀ ਵੱਡੀ ਨਮੋਸ਼ੀ ਵਾਲੀ ਗੱਲ ਆ। ਪਰ ਪੁਲਿਸ ਉੱਥੋਂ ਦੀ ਜਿਹੜੀ, ਉਹਨੂੰ ਥੋੜ੍ਹੀ ਪਤਾ ਪਏ ਧਾਰਮਿਕ ਸਥਾਨ ਹੈ ਕਿੱਦਾਂ ਦਾ। ਕਈ ਵਾਰੀ ਤਾਂ ਉਹ ਸਣੇ ਜੁੱਤੀਆਂ ਵੜ ਜਾਂਦੀਆਂ ਅੰਦਰ ਜੀ।
ਤੇ ਉਹ ਵੀ ਇੱਕ ਬਹੁਤ ਵੱਡੀ ਆਪਣੇ ਆਪ 'ਚ ਇੱਕ ਬੇਅਦਬੀ ਹੈ, ਇੱਕ ਹੁਰਮਤੀ ਵਾਲੀ ਗੱਲ ਆ। ਪਰ ਜੋ ਅਸੀਂ ਕਰ ਰਹੇ ਹਾਂ ਉਹ ਵੀ ਤੇ ਹੁਰਮਤੀ ਇਹ ਸਭ ਤੋਂ ਵੱਡੀ ਹੁਰਮਤੀ ਆ। ਪਰ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਆਪਾਂ ਜਿਹੜੀ ਸਿੱਖ ਕੌਮ ਨੂੰ ਸੇਧ ਦੇਣੀ ਆ, ਕਿਉਂਕਿ ਵਿਦੇਸ਼ੀ ਜਿਹੜੇ ਆਪਾਂ ਸੋਚਦੇ ਆ ਵੀ ਲੋਕੀ ਉਹਨਾਂ ਦੇ ਮਗਰ ਚੱਲਦੇ ਆ ਵੀ ਉਹ ਕਿਵੇਂ ਕੰਮ ਕਰਦੇ ਆ, ਤੇ ਜੇ ਆਪਾਂ ਉਹਨਾਂ ਨੂੰ ਆਪਾਂ ਸੇਧ ਜੋ ਦੇਣੀ ਆ ਤੇ ਇਸ ਤਰੀਕੇ ਨਾਲ ਲੜਾਈ ਝਗੜੇ ਸੇਧ ਦੇਵਾਂਗੇ ਤੇ ਉਹ ਗੱਲ ਕਿਤੇ ਨਾ ਕਿਤੇ ਖੜਕੂਗੀ ਜ਼ਰੂਰ। ਪਰ ਇਹ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਇਹ ਸਿੱਖੀ ਭਾਵਨਾਵਾਂ ਤੇ ਠੇਸ ਆ। ਇਹਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਔਰ ਅਕਾਲ ਤਖਤ ਨੂੰ ਵੀ ਜੇ ਆਪਾਂ ਇੱਥੇ ਵਾਲੇ ਮਸਲਿਆਂ ਨੂੰ ਇੱਕਦਮ ਕਰਦੇ ਨੇ ਵੀ ਜੇ ਅਕਾਲ ਤਖਤ ਬੋਲਦਾ ਤਾਂ ਸ਼੍ਰੋਮਣੀ ਕਮੇਟੀ ਵੀ ਇੱਕਦਮ ਸਰਗਰਮ ਹੋ ਜਾਂਦੀ ਆ, ਜੇ ਇਹਨੂੰ ਅਕਾਲ ਤਖਤ ਤਲਬ ਕਰੋ ਜੀ। ਤੇ ਜੇ ਉੱਥੇ ਇੱਦਾਂ ਲੜਾਈਆਂ ਹੁੰਦੀਆਂ ਤੇ ਉਹਨਾਂ ਦੇ ਵਿੱਚ ਦਖਲ ਕਿਉਂ ਨਹੀਂ ਦਿੰਦੇ? ਇਹ ਮਸਲਾ ਮਿਲ ਬੈਠ ਕੇ ਜੇ ਤੁਹਾਡਾ ਕੋਈ ਚੌਧਰ ਦਾ ਰੌਲਾ ਆ ਜਾਂ ਕੋਈ ਕਮੇਟੀ ਦਾ ਰੌਲਾ ਆ, ਪ੍ਰਧਾਨਗੀ ਦਾ ਰੌਲਾ ਆ, ਉਹ ਮਿਲ ਬੈਠ ਕੇ ਵੀ ਹੱਲ ਹੋ ਸਕਦਾ। ਇਹ ਥੋੜੀ ਵੀ ਤੁਸੀਂ ਗੁਰਦੁਆਰੇ ਨੂੰ ਹੀ ਆਪਣਾ ਅਖਾੜਾ ਬਣਾ ਲਓ। ਪਰ ਭਾਈ ਇਸ ਗੱਲੋਂ ਚਲੋ ਇੱਕ ਰਾਹਤ ਵਾਲੀ ਗੱਲ ਸੀ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਉਸ ਗੁਰਦੁਆਰੇ ਦੇ ਵਿੱਚ, ਉੱਥੇ ਲੜਾਈ ਨਹੀਂ ਹੋਈ, ਬਾਹਰ ਆ ਕੇ ਹੋਈ ਆ ਤੇ ਹੋਈ ਲੰਗਰ ਹਾਲ ਦੇ ਵਿੱਚ ਆ, ਜਿੱਥੇ ਬਹੁਤ ਬੁਰਾ ਹਾਲ, ਫੋਟੋਆਂ ਵਗੈਰਾ ਬਹੁਤ ਵਾਇਰਲ ਹੋਈਆਂ, ਵੀਡੀਓ ਵਾਇਰਲ ਹੋਈਆਂ, ਬੁਰੀਆਂ ਜਨਾਨੀਆਂ ਵੀ ਹੈਗੀਆਂ ਵਿੱਚ ਉਹਦੀਆਂ ਰੌਲਾ ਪਾਉਂਦੀਆਂ, ਜਿਹਦੇ ਆਪਣੇ ਬੰਦੇ ਸੀਗੇ ਉਹਨਾਂ ਨੂੰ ਬਚਾਉਂਦੀਆਂ ਜਾ ਕੇ, ਕੁਛ ਰੌਲਾ ਚੀਕ ਝਾੜਾ ਬਹੁਤ ਪਿਆ ਆ। ਪਰ ਇਹ ਇੱਕ ਬਹੁਤ ਵੱਡੀ ਨਮੋਸ਼ੀ ਵਾਲੀ ਗੱਲ ਆ। ਇਹ 'ਚ ਦਖਲ ਦੇ ਕੇ ਗੱਲਬਾਤ ਰਾਹੀਂ ਮਸਲਾ ਨਿਬੇੜਿਆ ਜਾਵੇ ਤਾਂ ਇਹ ਸ਼ਾਨ ਵਾਲੀ ਗੱਲ ਹੋਊਗੀ। ਬਹੁਤ ਚੰਗਾ, ਬਹੁਤ ਮਾਡਰਨ, ਬਹੁਤ ਵਧੀਆ ਤੇ ਸੁਹਿਰਦ ਧਰਮ ਆ। ਸਾਰਿਆਂ ਨੂੰ ਮਿਲ ਕੇ ਚੱਲਣ ਦੀ ਸਾਨੂੰ ਅਸੀਂ ਗੁਰੂ ਸਾਹਿਬ ਨੇ ਸੇਧ ਵੀ ਦਿੱਤੀ ਆ ਤੇ ਸਾਨੂੰ ਇਹੋ ਜਿਹੀਆਂ ਗੱਲਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਨਹੀਂ ਲੜਨੀਆਂ ਚਾਹੀਦੀਆਂ। ਉਦੋਂ ਹੱਲ ਕਰਨ ਦੇ ਹੋਰ ਬੜੇ ਤਰੀਕੇ ਨੇ। ਤੇ ਅਸੀਂ ਗੱਲ ਹੀ ਇੱਕ ਅਗਲੀ ਗੱਲ ਕਰਦੇ ਸੀ ਜੀ, ਉਹਨੂੰ ਵੀ ਆਪਾਂ ਥੋੜਾ ਜਿਹਾ ਵਿਚਾਰ ਦੇਣਾ ਕਿ ਭਾਰਤ ਚੀਨ ਸਰਹੱਦ ਦੇ ਉੱਤੇ ਇੱਕ ਚੀਨ ਦਾ ਫੌਜੀ ਸਾਡੀ ਸਰਹੱਦ ਦੇ ਵਿੱਚ ਫੜਿਆ ਗਿਆ ਤੇ ਇਹ ਸਾਡਾ ਜਿਹੜਾ ਟਕਰਾਅ ਆ ਦਿਨੋਂ ਦਿਨ ਵੱਧਦਾ ਜਾ ਰਿਹਾ। ਜੀ ਇਸ ਲਦਾਖ ਦੇ ਵਿੱਚ ਜਿਹੜਾ ਕਈਆਂ ਦਿਨਾਂ ਤੋਂ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਬਣਿਆ ਹੋਇਆ ਹੈ, ਕਦੇ ਕੋਈ ਗੱਲ ਹੋ ਜਾਂਦੀ ਹੈ, ਕਦੇ ਗੱਲਬਾਤ ਚੱਲਦੀ ਹੈ, ਕਦੇ ਫਿਰ ਆਮੋ ਸਾਹਮਣੇ ਹੋ ਜਾਂਦੀ ਆ। ਉਸ ਦੌਰਾਨ ਇੱਕ ਡੈਮ ਚੱਕ ਦੇ ਵਿੱਚ ਇੱਕ ਚੀਨੀ ਫੌਜੀ ਦਾ ਇੱਧਰ ਆ ਜਾਣਾ ਔਰ ਉਹਨੂੰ ਭਾਰਤੀ ਫੌਜ ਵੱਲੋਂ ਫੜ ਲੈਣਾ, ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ। ਪਰ ਜਦੋਂ ਉਹਨਾਂ ਨੇ ਜਾਂਚ ਕੀਤੀ ਵੀ ਲੱਗਦਾ ਸੀ ਕਿ ਜਸੂਸੀ ਕਰਨ ਆਇਆ, ਪਰ ਜੋ ਅੱਜ ਕੱਲ੍ਹ ਦਾ ਦੌਰ ਆ ਜਸੂਸੀ ਵਾਲਾ, ਬੰਦਿਆਂ ਦੀ ਵਾਲਾ ਜਸੂਸੀ ਵਾਲਾ ਦੌਰ ਤਾਂ ਹੈ ਨਹੀਂ, ਕਿਉਂਕਿ ਇਹਨਾਂ ਕੋਲ ਹਰੇਕ ਦੇਸ਼ ਕੋਲ ਉਪਗ੍ਰਹਿ ਲੱਗੇ ਹੋਏ ਆ। ਉਹਨਾਂ ਦੇ ਤਾਂ ਤੁਹਾਡੇ ਕੀ ਕਹਿੰਦੇ ਆ ਬੈਡਰੂਮ ਤੱਕ ਉਹਨਾਂ ਦੀਆਂ ਤਸਵੀਰਾਂ ਪਹੁੰਚ ਜਾਂਦੀਆਂ ਵੀ ਕੀ ਕਰਦੇ ਆ, ਜੇ ਉਹ ਚਾਹਣ ਤਾਂ ਦੇਖਣਾ ਚਾਹਣ ਤਾਂ। ਉਪਗ੍ਰਹਿ ਬੜੇ ਸ਼ਕਤੀਸ਼ਾਲੀ ਆ ਉਹਨਾਂ ਦੇ, ਤੇ ਜਸੂਸੀ ਵਾਲਾ ਕੰਮ ਉਹਨਾਂ ਨੂੰ ਲੱਗਾ ਨਹੀਂ। ਉਹਨਾਂ ਦਾ ਇੱਕ ਯਾਕ ਹੁੰਦਾ ਜਿਹੜਾ ਸਨੋ ਦੇ ਚੱਲਣ ਵਾਲਾ ਜਾਨਵਰ ਹੈ, ਜਿਹੜਾ ਬੜੇ ਹੁੰਦਾ ਜੱਤਾਂ ਵਾਲਾ, ਉਹ ਕਿਤੇ ਇੱਧਰ ਆ ਗਿਆ ਸੀ, ਉਹਨੂੰ ਲੱਭਦਾ ਇੱਧਰ ਆ ਗਿਆ। ਪਰ ਉਹਦੇ ਨਾਲ ਜੇ ਆਪਾਂ ਦੇਖੀਏ ਦੋਨਾਂ ਦੇਸ਼ਾਂ ਦਾ ਤਣਾਅ ਜ਼ਰੂਰ ਆ ਜੀ। ਪਰ ਸਾਡੀ ਫੌਜ ਦੇ ਦਰਿਆ ਦੇ ਲਈ ਜਿਹੜਾ ਦਿੰਦਾ ਦੇ ਲਈ ਵੀ ਬਹੁਤ ਵੱਡੀ ਆ, ਦਿਲ ਬਹੁਤ ਵੱਡਾ ਆ। ਉਹਦੀ ਹਾਲਤ ਠੰਡ ਦੇ ਕਰਕੇ ਇੰਨੀ ਭੈੜੀ ਹੋ ਗਈ ਸੀ ਵੀ ਉਹਨੂੰ ਬਿਮਾਰ ਦੇ ਹਾਲਤ ਵਿੱਚ ਹੋ ਗਿਆ ਸੀ ਉਹ ਚੀਨੀ ਫੌਜੀ। ਉਹਨੂੰ ਇਲਾਜ ਕਰਾਇਆ, ਉਹਨੂੰ ਆਕਸੀਜਨ ਦਿੱਤੀ, ਉਹਨੂੰ ਚੰਗਾ ਖਾਣਾ ਖੁਣਾ ਵੀ ਦਿੱਤਾ ਜੀ ਭਾਰਤੀ ਫੌਜ ਨੇ। ਮਤਲਬ ਜੇ ਆਪਾਂ ਕਹੀਏ ਵੀ ਇਕੱਲੀ ਫੌਜ ਲੜਨ ਦੇ ਕੰਮ ਆਉਂਦੀ ਹੈ, ਲੜਨ ਦੇ ਕੰਮ ਨਹੀਂ। ਇਸ ਤਰੀਕੇ ਨਾਲ ਆਪਾਂ ਚਾਹੇ ਦੁਸ਼ਮਣ ਵੀ ਆ, ਇਹ ਮੈਨੂੰ ਭਾਈ ਕਨ੍ਹਈਆ ਜਿਹਦਾ ਯਾਦ ਆ ਜਾਂਦਾ ਇੱਥੇ, ਚਾਹੇ ਦੁਸ਼ਮਣ ਵੀ ਆ ਉਹਦੇ ਨਾਲ ਵੀ ਰਸੂਖ ਇੱਕ ਮਨੁੱਖਤਾ ਵਜੋਂ ਕਰੋ। ਬਿਲਕੁਲ ਦੁਸ਼ਮਣੀ ਤਾਂ ਉਹਦੀ ਆਪਣੀ ਉਹ ਵੱਖਰੀ ਰਹਿ ਗਈ ਆ, ਪਰ ਮਨੁੱਖਤਾ ਤਾਂ ਹਮੇਸ਼ਾ ਜਾਰੀ ਰਹਿਣੀ ਆ। ਉਹ ਮਨੁੱਖਤਾ ਦੇ ਪੱਖੋਂ ਇਹਨਾਂ ਨੇ ਸੇਵਾ ਸੁਭਾ ਕੀਤੀ ਆ ਤੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਆ। ਉਹ ਜਸੂਸੀ ਵਾਲਾ ਬੰਦਾ ਲੱਗਾ ਨਹੀਂ ਤੇ ਹੋ ਸਕਦਾ ਮੁੜ ਦੇਣਗੇ ਜੀ, ਇੱਕ ਦਿਨ ਜਲਦੀ ਵਾਪਸ ਕਰ ਦੇਣਗੇ ਜੀ। ਬਿਲਕੁਲ। ਤੇ ਅਸੀਂ ਵਾਪਸ ਰੁੱਖ ਕਰਦੇ ਹਾਂ ਜੀ ਪੰਜਾਬ ਦਾ। ਇੱਥੇ ਕੁਝ ਦਿਨਾਂ ਤੋਂ ਕਿਉਂ ਕਈ ਸਾਲਾਂ ਤੋਂ ਇਹ ਗੱਲਾਂ ਚੱਲਦੀਆਂ ਕਿ ਜਿਹੜਾ ਇਲੀਗਲ, ਜਿਹਨੂੰ ਆਪਾਂ ਗੈਰ ਕਾਨੂੰਨੀ ਬਿਜ਼ਨਸ ਕਹਿੰਦੇ ਆ, ਵਪਾਰ ਨੇ, ਉਹ ਵੱਖੋ ਵੱਖਰੇ ਤਰੀਕੇ ਦੇ ਚੱਲਦੇ ਰਹਿੰਦੇ ਆ। ਪਿਛਲੇ ਕੁਝ ਦਿਨਾਂ ਦੀਆਂ ਅਖਬਾਰਾਂ ਦੀਆਂ ਖਬਰਾਂ ਸੀਗੀਆਂ ਕਿ ਬਹੁਤ ਸਾਰੀਆਂ ਜਿਹੜੀਆਂ ਟਰਾਂਸਪੋਰਟ ਕੰਪਨੀਆਂ ਆ ਪ੍ਰਾਈਵੇਟ, ਜਿਨ੍ਹਾਂ ਦਾ ਕੁਝ ਥੋ ਪਤਾ ਹੀ ਨਹੀਂ ਹੈਗਾ ਵੀ ਉਹ ਕੌਣ ਨੇ ਤੇ ਕਿੱਥੋਂ ਨੇ, ਉਹ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਤੋਂ ਸਵਾਰੀਆਂ ਦਿੱਲੀ ਤੱਕ ਲੈ ਕੇ ਜਾ ਰਹੀਆਂ। ਮੈਂ ਸ਼ੁਰੂ 'ਚ ਗੱਲ ਦੱਸੀ ਸੀ ਨਾ ਵੀ ਇਹ ਕਰੋਨਾ ਦਾ ਫਾਇਦਾ ਲੈ ਰਹੇ ਜੀ। ਜਿਵੇਂ ਉਸ ਨੌਕਰ ਨੇ ਕਰੋਨਾ ਦਾ ਫਾਇਦਾ ਲਿਆ ਸੀ ਨਾ, ਸ਼ੁਰੂ 'ਚ ਦੱਸੀ ਸੀ। ਇਹ ਵੀ ਜਿਹੜੇ ਪ੍ਰਾਈਵੇਟ ਜਿਹੜੇ ਕੰਮ ਵਾਲੇ ਆ, ਆਪਰੇਟਰ ਆ, ਇਹ ਵੀ ਕਰੋਨਾ ਦਾ ਫਾਇਦਾ ਲੈ ਰਹੇ ਆ। ਕਰੋਨਾ ਦੇ ਵਿੱਚ ਸਰਕਾਰੀ ਬੱਸਾਂ ਹਾਲੇ ਪੂਰੀ ਤੱਕ ਚੱਲੀਆਂ ਨਹੀਂ ਜੀ। ਕੁਛ ਰੂਟ ਚਲਾਏ ਆ, ਇੰਟਰਸਟੇਟ ਵੀ 1-2 ਦਿਨ 'ਚ ਚਲਾਏ ਆ, ਪਰ ਇਹ ਚੱਲਦਾ ਤਾਂ ਪਹਿਲਾਂ ਵੀ ਬਹੁਤ ਚਿਰ ਦਾ ਰਿਹਾ ਆ। ਪਰ ਹੁਣ ਜਦੋਂ ਇਹਨਾਂ ਦੇ ਰੂਟ ਜਾਂਦੇ ਹੀ ਨਹੀਂ ਕਿਸੇ ਪਾਸੇ, ਤੇ ਉਸ ਤੋਂ ਬਾਅਦ ਇਹੋ ਜਿਹੇ ਪ੍ਰਾਈਵੇਟ ਬੱਸਾਂ ਦੇ ਐਨ ਜਮਾਵੜਾ ਕਰਕੇ ਖੜ ਜਾਣਾ ਇੱਕ ਥਾਂ ਤੇ, ਉੱਥੋਂ ਸ਼ਰੇਆਮ ਸਵਾਰੀਆਂ ਲੈ ਜਾਣੀਆਂ ਬਿਨਾਂ ਕਿਸੇ ਰੋਕ ਟੋਕ ਦੇ, ਜੋ ਮਰਜ਼ੀ ਭਾਅ ਉਹਨਾਂ ਨੂੰ ਲੱਗਦਾ ਹੈ, ਚਾਹੇ ਫੀਸ ਉਹ ਕਿਰਾਏ ਨਾਲੋਂ ਦੁੱਗਣੀ ਲੈ ਲੈਣ, ਚਾਹੇ ਤਿਗਣੀ ਲੈ ਲੈਣ, ਉਹਨਾਂ ਦੀ ਮਰਜ਼ੀ ਤੇ ਜਿਸ ਬੰਦੇ ਨੇ ਜਾਣਾ ਉਹ ਬੰਦਾ ਦਿੰਦਾ ਹੀ ਆ। ਇਹ ਗੱਲ ਕਿੱਥੋਂ ਉਜਾਗਰ ਹੋਈ ਜਿਹੜੀ ਟਰਾਂਸਪੋਰਟਰਾਂ ਦੀ ਜਿਹੜੀ ਹੁਣ ਦੀ ਆ, ਉਹ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਇੱਕ ਬੰਦਾ ਦਿੱਲੀਓਂ ਬਾਰ-ਬਾਰ ਹੀ ਤੁਰ ਪੈਂਦੀ ਬੱਸ ਜਿਹੜੀ ਪੰਜਾਬ ਨੂੰ ਆਉਂਦੀ ਆ, ਕੋਈ ਸਰਕਾਰੀ ਡਿਪੂ ਤੋਂ ਚੱਲਦੀ ਨਹੀਂ, ਉੱਥੋਂ ਚੱਲੀ ਬੱਸ ਤੇ ਉਹ ਕਰਨਾਲ ਆ ਕੇ ਢਾਬੇ ਤੇ ਰੁਕੀ। ਹੁਣ ਢਾਬੇ ਵਾਲਿਆਂ ਨਾਲ ਪ੍ਰਾਈਵੇਟ ਬੱਸਾਂ ਦਾ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਹੁੰਦਾ ਹੀ ਆ ਮੇਲ ਜੋਲ, ਕਾਫੀ ਉਹਨਾਂ ਦੀ ਸਾਂਝ ਵੀ ਹੁੰਦੀ ਆ, ਭਾਈਵਾਲੀ ਕਹਿ ਲਓ, ਚਾਹੇ ਉਹਨਾਂ ਦਾ ਹਿੱਸਾ ਵੀ ਹੁੰਦਾ ਕਹਿ ਲਈਏ। ਉੱਥੇ ਆ ਕੇ ਜਦੋਂ ਰੁਕੇ ਤਾਂ ਉਹਨਾਂ ਨੇ ਕਿਹਾ ਵੀ ਖਾਣਾ ਖੁਣਾ ਖਾ ਲਓ, ਤੇ ਸ਼ਾਮ ਦੇ 3 ਵਜੇ ਚੱਲੀ ਤਾਂ ਰਾਤ ਪਹੁੰਚੀ ਇੱਥੇ ਜੀ। ਥੋੜ੍ਹਾ ਹੀ ਦੂਰ ਆ ਉੱਥੋਂ, ਸ਼ਾਮ ਦਾ ਟਾਈਮ ਰੋਟੀ ਦਾ ਟਾਈਮ ਸੀ, ਰਾਤ ਦੇ ਖਾਣੇ ਦਾ।
ਤੇ ਉੱਥੇ ਜਦੋਂ ਉਹ ਖਾਣ ਲੱਗੇ ਤਾਂ ਉੱਥੇ ਉਹ ਜਿਹੜਾ ਢਾਬੇ ਵਾਲਾ ਸੀ ਉਹ ਸੁਣਿਆ ਲੋਕਾਂ ਨੂੰ ਐ ਵੀ 40 ਰੁਪਏ ਥਾਲੀ, 40 ਰੁਪਏ। ਪਰ ਜਦੋਂ ਉਹ ਰੋਟੀ ਰਾਟੀ ਖਾ ਕੇ ਹਟੇ ਨਾ ਸਾਰੇ ਜਣੇ, ਜਾਂ ਜਿਨ੍ਹਾਂ ਨੇ ਖਾਧੀ ਜਿਨ੍ਹਾਂ ਨੇ ਨਹੀਂ ਖਾਧੀ, ਕੁਛ ਬੰਦੇ ਨਹੀਂ ਵੀ ਖਾਂਦੇ ਜਾਂ ਨਹੀਂ ਠੀਕ ਰਹਿੰਦੇ, ਉਹਨਾਂ ਨੂੰ ਕਹਿੰਦੇ ਵੀ ਲਿਆ 340 ਜੀ। ਉਹ ਕਹਿੰਦੇ ਯਾਰ ਪਹਿਲਾਂ ਤਾਂ ਜਦੋਂ ਤੂੰ ਰੌਲਾ ਪਾਇਆ 40 ਰੁਪਏ ਥਾਲੀ ਕਹਿਣ ਡਿਆ ਸੀਗਾ। ਕਹਿੰਦੇ नहीं साहब आपने सुनने में गलती लगी है, हमने तो 340 बोला था। अच्छा जी। ਕਹਿੰਦੇ ਖਾਦਾ ਕੁਛ ਨਹੀਂ, 340 ਵਾਲਾ ਤਾਂ ਵਧੀਆ ਰੈਸਟੋਰੈਂਟ 'ਚ ਬੰਦਾ ਖਾਇਆ ਹੁੰਦਾ ਇਕੱਲਾ ਜਾਣਾ ਹੋਵੇ ਤਾਂ, ਤੇਰੇ ਢਾਬੇ ਤੋਂ ਖਾਣੀ ਸੀ ਵੀ 340 ਵਾਲੀ, ਵੀ ਅਸੀਂ ਨਹੀਂ ਦੇਣੇ ਪੈਸੇ, ਇਹਦੇ 40 ਦੇਣੇ ਆ। ਤੇ ਹੁੰਦਾ ਕੀ ਆ ਫਿਰ ਉੱਥੇ ਉਹ ਆਪਣੇ ਬੰਦੇ ਜਿਹੜੇ ਰੱਖੇ ਹੁੰਦੇ ਆ ਗੁੰਡਾਗਰਦੀ ਵਾਲੇ, 10-15 ਇਕੱਠੇ ਹੋ ਕੇ ਆ ਜਾਂਦੇ, ਕਿਸੇ ਦੇ ਹੱਥ ਬੇਸਬਾਲ ਬੈਟ ਆ, ਕਿਸੇ ਦੇ ਹੱਥ ਸੰਗਲ ਆ, ਕਿਸੇ ਦੇ ਹੱਥ ਡਾਂਗਾ ਆ, ਕਿਸੇ ਦੇ ਹੱਥ ਸਰੀਆ ਵੀ ਆ ਜੀ। ਉਹ ਲਿਆ ਕੇ ਖੜ ਜਾਂਦੇ ਆ, ਦੇਣੇ ਕਿ ਨਹੀਂ। ਹੁਣ ਉੱਥੇ ਬੰਦੇ ਮਜਬੂਰ ਹੋ ਜਾਂਦੇ ਆ। ਹੁਣ ਡਰਾਈਵਰ ਤੇ ਕੰਡਕਟਰ ਰਲੇ ਹੁੰਦੇ ਨਾਲ, ਉਹਨਾਂ ਨੇ ਕੁਝ ਕਹਿਣਾ ਨਹੀਂ ਹੁੰਦਾ। ਉੱਥੇ ਇੱਕ ਬੰਦਾ ਸੀਗਾ ਜਿਹੜਾ ਜਿਹਨੇ ਦੇਖਿਆ, ਤੇ ਉੱਥੇ ਇੱਕ ਬਜ਼ੁਰਗ ਸੀ, ਉਹ ਅੜ ਗਿਆ, ਕਹਿੰਦਾ ਮੈਂ ਤਾਂ ਨਹੀਂ ਦਿੰਦਾ, ਜੋ ਮਰਜ਼ੀ ਕਰ ਲਓ। ਫਿਰ ਉਹਨੂੰ ਕੁਛ ਮੁੰਡਿਆਂ ਨੇ ਜਿਹੜੇ ਆਪ ਵੀ ਵਿਚਾਰੇ ਇਸ ਦਹਿਸ਼ਤ ਵਿੱਚ ਸੀਗੇ ਵੀ ਹੁਣ ਕੀ ਵਾਪਰ ਜਾਣਾ, ਇੱਥੇ ਕੋਈ ਘਟਨਾ ਵੱਡੀ ਨਾ ਵਾਪਰ ਜਾਏ, ਕੋਈ ਪੁੱਛ-ਗਿੱਛ ਹੈ ਨਹੀਂ। ਪਿੱਛੇ ਜੇ ਵੀ ਰੌਲਾ ਪਿਆ ਸੀ ਜਦੋਂ ਉੱਥੇ ਢਾਬੇ ਦੇ ਆਉਣ ਜਾਣ ਦੇ ਵਿੱਚ ਔਰਤਾਂ ਨਾਲ ਜੋ ਕੁਝ ਹੁੰਦਾ ਰਿਹਾ, ਆਪਾਂ ਸੁਣਦੇ ਰਹੇ, ਪੜ੍ਹਦੇ ਰਹੇ ਆ ਹਰਿਆਣੇ ਦੇ ਰੋਡ ਦੇ ਉੱਤੇ ਹੀ। ਤੇ ਉਹਨਾਂ ਨੇ ਕਿਹਾ ਵੀ ਇੱਥੇ ਸੁਣਵਾਈ ਤਾਂ ਕੋਈ ਹੋਣੀ ਨਹੀਂ, ਆਪਾਂ ਕਾਹਨੂੰ ਪੰਗੇ ਲੈਣੇ ਆ। ਫਿਰ ਉਸ ਬਜ਼ੁਰਗ ਨੂੰ ਕਿਹਾ ਵੀ ਤੇਰੇ ਕੋਲ ਪੈਸੇ ਕਿੰਨੇ ਆ, ਕਹਿੰਦਾ ਇੰਨੇ ਆ। ਚੱਲ ਕਹਿੰਦਾ ਅਸੀਂ ਪਾ ਕੇ ਤੈਨੂੰ ਦੇ ਦਿੰਦੇ ਆ, ਵੀ ਮਸਲਾ ਨਿਬੇੜ। ਸੋ ਇਹ ਗੁੰਡਾਗਰਦੀ ਵੀ ਉਸੇ ਗੱਲ ਦਾ ਹਿੱਸਾ ਆ ਜੋ ਇਹ ਟਰਾਂਸਪੋਰਟਰ ਵਾਲੇ ਪੰਜਾਬ ਨੂੰ ਲੱਖਾਂ ਕਰੋੜਾਂ ਦਾ ਚੂਨਾ ਲਾ ਰਹੇ ਆ। ਪੰਜਾਬ ਸਰਕਾਰ, ਹੋਰ ਸਰਕਾਰਾਂ, ਸੈਂਟਰ ਸਰਕਾਰਾਂ ਹਜੇ ਅਨਲੌਕ 5 ਦੇ ਵਿੱਚ ਤੁਰੀਆਂ ਫਿਰਦੀਆਂ, ਪਰ ਉਹਨਾਂ ਨੇ ਪੂਰੀ ਤਰੀਕੇ ਨਾਲ ਬੱਸਾਂ ਨਹੀਂ ਚਲਾਈਆਂ, ਟ੍ਰੇਨਾਂ ਨਹੀਂ ਚਲਾਈਆਂ, ਸਿਰਫ ਇਹ ਕਹਿ ਰਹੇ ਸਪੈਸ਼ਲ ਟ੍ਰੇਨਾਂ ਚਲਾਵਾਂਗੇ। ਤਾਂ ਸਪੈਸ਼ਲ ਟ੍ਰੇਨਾਂ 'ਚ ਜੇ ਦੇਖੀਏ ਤਾਂ ਸਰਕਾਰ ਵੀ ਤਾਂ ਲੁੱਟਦੀ ਆ ਜੀ। ਸਪੈਸ਼ਲ ਜਹਾਜ਼ ਚਲਾਏ ਤਾਂ ਉਹ 'ਚ ਵੀ ਤਾਂ ਸਰਕਾਰ ਲੁੱਟਦੀ ਆ। ਜੇ ਤੁਸੀਂ ਸਪੈਸ਼ਲ ਜਹਾਜ਼ ਚਲਾ ਸਕਦੇ ਕਰੋਨੇ ਲਈ, ਸਪੈਸ਼ਲ ਟ੍ਰੇਨਾਂ ਚਲਾ ਸਕਦੇ, ਉਹਦੇ ਵਿੱਚ ਕੋਈ ਅਜੇ ਤੱਕ ਕਰੋਨਾ ਦਾ ਮਰੀਜ਼ ਨਹੀਂ ਮਿਲਿਆ, ਮੈਟਰੋ ਚਲਾ ਲਈ ਨਹੀਂ ਮਿਲਿਆ, ਤਾਂ ਫਿਰ ਉਹਨੂੰ ਪੂਰੀ ਫੁੱਲ ਫਲੈਜ ਕਿਉਂ ਨਹੀਂ ਚਲਾ ਦਿੰਦੇ ਵੀ ਇਹੋ ਜਿਹੇ ਜਿਹੜੇ ਪ੍ਰਾਈਵੇਟ ਬੰਦਿਆਂ ਨੂੰ ਨੱਥ ਪਾਈ ਜਾ ਸਕੇ ਜੀ। ਪੰਜਾਬ ਸਰਕਾਰ ਨੂੰ ਵੀ ਇਹ ਦੇਖਣਾ ਪਊਗਾ ਵੀ ਜਿਹੜੀਆਂ ਰਾਤ ਨੂੰ ਬੱਸਾਂ ਭਰ ਕੇ ਇੱਥੋਂ ਜਾਂਦੀਆਂ ਆ, ਉਹ ਕਿਹੜੇ ਸਟੇਸ਼ਨਾਂ ਨੂੰ ਜਾਂਦੀਆਂ, ਕਿੰਨੇ ਕਿਰਾਇਆ ਲੈਂਦਾ, ਉਹਨਾਂ ਕੋਲ ਪਰਮਿਟ ਹੈਗਾ ਵੀ ਆ ਚਲਾਉਣ ਦਾ ਕਿ ਨਹੀਂ ਹੈਗਾ ਜੀ। ਜੇ ਨੱਥ ਨਾ ਕੱਸੀ ਗਈ ਤਾਂ ਆਉਂਦੇ ਸਮੇਂ ਦੇ ਵਿੱਚ ਜਿੱਥੇ ਪੰਜਾਬ ਪਹਿਲਾਂ ਹੀ ਵਿੱਤੀ ਹਾਲਤ ਵਿੱਚ ਮਾੜਾ ਚੱਲਿਆ ਜਾਂਦਾ, ਤੇ ਜੇ ਟਰਾਂਸਪੋਰਟ ਵੀ ਇਸ ਤਰੀਕੇ ਨਾਲ ਲੋਕੀ ਜਦੋਂ ਪ੍ਰਾਈਵੇਟ ਹੱਥਾਂ 'ਚ ਜਾਣ ਲੱਗੀ, ਉਹ ਆਪਣਾ ਹੀ ਚੂਨਾ ਲਾਈ ਗਏ, ਆਪਣਾ ਆਮਦਨ ਕਮਾਈ ਕਰੀ ਗਏ, ਤਾਂ ਫਿਰ ਸਰਕਾਰ ਨੂੰ ਤਾਂ ਘਾਟਾ ਪੈਣਾ। ਤੇ ਉਹਦਾ ਦੂਜਾ ਪੱਖ ਵੀ ਹੈ ਨਾ ਜੀ, ਜਦੋਂ ਕਿਤੇ ਇਹੋ ਜਿਹੀ ਘਟਨਾ ਹੁੰਦੀ ਹੈ, ਜਿੱਦਾਂ ਮੰਨ ਲਓ ਕੋਈ ਬਿਨਾਂ ਪਰਮਿਟ ਤੋਂ ਜਾ ਰਿਹਾ, ਉਹ ਕਿਤੇ ਰੋਕਣ ਦੇ ਬਾਵਜੂਦ ਨਹੀਂ ਰੋਕੂਗਾ, ਕਿਸੇ ਦੁਰਘਟਨਾ ਦਾ ਸ਼ਿਕਾਰ ਹੋਣਗੇ ਕੁਝ ਲੋਕ, ਕੋਈ ਇਹੋ ਜਿਹੀ ਘਟਨਾ ਵੱਸ ਜਾਂਦੀ ਆ, ਹੋ ਜਾਵੇ ਜਿਹੜੀ ਸਾਡੇ ਲਈ ਸਮੱਸਿਆ ਬਣੇਗੀ, ਫਿਰ ਬਾਅਦ ਵਿੱਚ ਵੀ ਤਾਂ ਸਰਕਾਰਾਂ ਨੇ ਉਹਦੀਆਂ ਕਹਾਣੀਆਂ ਬਣਾਉਣੀਆਂ। ਮੈਂ ਤੁਹਾਨੂੰ ਦੱਸਦਾ, ਇਹ ਪਰਮਿਟ ਹੈ ਹੀ ਨਹੀਂ ਇਹਨਾਂ ਕੋਲ। ਜਿਹੜੀ ਉਹ ਦਿੱਲੀ ਵਾਲੀ ਘਟਨਾ ਦੱਸੀ ਨਾ, ਉਹ ਸਿੱਧੇ ਰੋਡ GT ਰੋਡ ਤੇ ਨਹੀਂ ਆਏ, ਉਹ ਜੀ ਪਿੰਡਾਂ ਵਿੱਚ ਦੀ ਹੋ ਕੇ ਆਏ ਆ, ਘੁੰਮ ਕੇ ਆਏ ਆ। ਤਾਂ ਹੀ ਉਹਨਾਂ ਨੂੰ ਇੰਨਾ ਟਾਈਮ ਲੱਗ ਗਿਆ ਵੀ ਜਿਹੜਾ 3 ਵਜੇ ਦੀ ਗੱਡੀ ਤੁਰੀ ਉਹ ਦਿੱਲੀ, ਉਹ ਜਿਹੜੀ 2 ਘੰਟੇ 'ਚ ਪਹੁੰਚਣੀ ਚਾਹੀਦੀ, 1.5 ਘੰਟੇ 'ਚ ਕਰਨ ਨਾਲ, ਉਹ ਪਹੁੰਚੀ ਰਾਤ ਨੂੰ। ਬੰਦੇ ਬਦਲ ਹੋ ਗਏ। ਫਿਰ ਉਹਨਾਂ ਨੇ ਜਿਹੜਾ ਜਲੰਧਰ ਜਿਹਨਾਂ ਨੇ ਆਉਣਾ ਸੀਗਾ, ਉਹ ਲੁਧਿਆਣੇ ਬਾਈਪਾਸ ਤੋਂ ਲੈ ਕੇ ਚਲੇ ਗਏ। ਨਾ ਤਾਂ ਬੰਦਾ ਕੁਝ ਕਹਿਣ ਜੋਗਾ ਤਾਂ ਨਾ ਕੁਝ ਕਰਨ ਜੋਗਾ ਜੀ, ਕਿਉਂਕਿ ਉਹਨਾਂ ਦਾ ਕੋਈ ਲੜ ਪੱਲੇ ਹੈ ਨਹੀਂ, ਕਿਹਨੂੰ ਕਹਿਣਗੇ। ਨੰਬਰ ਵੀ ਕਈ ਵਾਰੀ ਮੈਨੂੰ ਲੱਗਦਾ ਫਰਜ਼ੀ ਲਾਏ ਹੋਣਗੇ, ਤੇ ਜਿਹੜੇ ਨਾਂ ਲਿਖੇ ਹੁੰਦੇ ਆ, ਮੈਂ ਆਪ ਕਈ ਵਾਰੀ ਦੇਖਿਆ ਉਹਨਾਂ ਦੇ ਨਾਲ ਜਿੰਗ ਬੱਸ, ਪਿੰਗ ਬੱਸ, ਇਹ ਜੀ ਕਿਹੜੀ ਕੰਪਨੀ ਜਿਹੜੀ ਜਿੰਗ ਪਿੰਗ ਲਾ ਕੇ ਤੁਰਦੀ ਆ। ਅਸੀਂ ਦੇਖਦੇ ਹਾਂ ਕਿ ਸਰਕਾਰਾਂ ਨੂੰ ਫੈਸਲੇ ਲੈਣ ਲਈ ਬਹੁਤ ਟਾਈਮ ਲੱਗਦਾ, ਪਰ ਉਹ ਜਿਹੜੀਆਂ ਉਹਦਾ ਫਾਇਦਾ ਇਹੋ ਜਿਹੇ ਬੰਦੇ ਲੈ ਜਾਂਦੇ, ਜਿਹੜੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕ ਆ, ਉਹ ਬਹੁਤ ਛੇਤੀ ਐਕਟਿਵ ਹੋ ਜਾਂਦੇ। ਬਿਲਕੁਲ ਸਹੀ ਗੱਲ। ਸ਼ੇਰਗਿੱਲ ਸਾਹਿਬ, ਬਹੁਤ ਟਾਈਮ ਹੋ ਗਿਆ ਸੀ, ਮਾਰਚ ਤੋਂ ਕਰੋਨਾ ਨੇ ਸਾਨੂੰ ਇਸ ਚੀਜ਼ ਦੇ ਵਿੱਚ ਪਾਇਆ ਸੀਗਾ, ਤੇ ਹੁਣ ਇੱਕ ਚੰਗੀ ਖਬਰ ਆ ਕਿ ਜਿਹੜੇ ਪੰਜਾਬ ਦੇ ਸਕੂਲ ਆ ਉਹ ਕੱਲ ਖੁੱਲ ਗਏ ਨੇ। ਜੀ ਬਿਲਕੁਲ। ਇਹ ਦੇਖੋ ਜੀ, ਕਰੋਨਾ ਦੀ ਬਹੁਤ ਰਾਹਤ ਵਾਲੀ ਗੱਲ ਆ, ਕਿਉਂਕਿ ਜਿਹੜੇ IIT ਦੇ ਬਹੁਤ ਵੱਡੇ ਮਾਹਰ ਆ, ਉਹਨਾਂ ਦਾ ਵੀ ਸੀਗਾ ਬਿਆਨ ਬਈ ਇਹ ਫਰਵਰੀ ਤੱਕ ਖਤਮ ਹੋ ਜਾਏਗਾ, ਤੇ ਇਹ ਆਪਾਂ ਬਹੁਤ ਰਾਹਤ ਮਹਿਸੂਸ ਕਰਦੇ ਹਾਂ। ਪਰ ਫਿਰ ਵੀ ਉਹਨਾਂ ਦਾ ਇੱਕ ਚੇਤਾਵਨੀ ਜ਼ਰੂਰ ਆ ਬਈ ਨਵੰਬਰ ਦਸੰਬਰ ਦੇ ਵਿੱਚ ਸਰਦੀ ਜਦੋਂ ਸਿਖਰ 'ਤੇ ਹੋਊਗੀ, ਉਦੋਂ ਇਹ ਦੂਜੀ ਲਹਿਰ ਆ ਸਕਦੀ ਆ, ਤਾਂ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਆ। ਬੱਚਿਆਂ ਸਕੂਲ ਜ਼ਰੂਰ ਖੋਲ੍ਹੇ ਆ, ਹਾਜ਼ਰੀ ਪੱਖੋਂ ਵੀ ਘੱਟ ਰਿਹਾ ਕੰਮ, ਪਰ ਫਿਰ ਵੀ ਦੇਖਿਆ ਜਾਵੇ ਤਾਂ ਇਹਨਾਂ ਨੇ ਹਿੰਮਤ ਕੀਤੀ ਆ। ਉਹਦੇ ਵਿੱਚ ਸੋਸ਼ਲ ਡਿਸਟੈਂਸਿੰਗ, ਸੈਨੀਟਾਈਜ਼ਰ ਔਰ ਮਾਸਕ ਵਗੈਰਾ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸੀਗਾ। ਤੇ ਜੇ ਇਹ ਤੁਰ ਪਈ ਗੱਡੀ ਤਾਂ ਹੌਲੀ ਹੌਲੀ ਤੁਰੂਗੀ, ਤੇ ਆਪਾਂ ਕਿਤੇ ਨਾ ਕਿਤੇ ਕਰੋਨਾ ਨੂੰ ਜ਼ਰੂਰ ਮਾਤ ਦੇਵਾਂਗੇ ਆਉਂਦੇ ਸਮੇਂ ਦੇ ਵਿੱਚ। 6-7 ਮਹੀਨੇ ਤੋਂ ਘਰ ਡੱਕੇ ਹੋਏ ਸੀ ਬੱਚੇ, ਤੇ ਸਕੂਲ ਜਾ ਕੇ ਉਹਨਾਂ ਨੇ ਬਹੁਤ ਚੰਗਾ ਮਹਿਸੂਸ ਕੀਤਾ ਜੀ। ਬਿਲਕੁਲ। ਤੇ ਤੁਸੀਂ ਵੀ ਦੱਸਿਓ ਜੀ, ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਕੇ ਕਿਵੇਂ ਮਹਿਸੂਸ ਕੀਤਾ, ਤੇ ਅਗਲੇ ਵਾਰ ਫਿਰ ਹੋਰ ਨਵੀਆਂ ਚਰਚਾਵਾਂ ਨਾਲ ਹਾਜ਼ਰ ਹੋਵਾਂਗੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਧੰਨਵਾਦ ਜੀ।